हाँ जी प्यारे विद्यार्थियों 10+1 ਬਾਇਓਲੋਜੀ ਦੀ ਕਲਾਸ ਵਿੱਚ ਇੱਕ ਵਾਰ ਫਿਰ ਤੁਹਾਡਾ ਸਭ ਦਾ ਸਵਾਗਤ ਹੈ। ਬੇਟਾ ਅਸੀਂ ਕਰ ਰਹੇ ਹਾਂ ਸਾਡਾ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਚੈਪਟਰ ਬਾਇਓਮੋਲੀਕਿਊਲਸ ਚੈਪਟਰ ਦੇ ਵਿੱਚ ਬੇਟਾ ਅਸੀਂ ਦੋ ਕੈਟਾਗਰੀਜ਼ ਲਈਆਂ ਨੇ। ਮੈਂ ਹਰ ਲੈਕਚਰ ਦੇ ਵਿੱਚ ਤੁਹਾਨੂੰ ਦੱਸਦਾ ਬਾਇਓ ਮਾਈਕਰੋਮੋਲੀਕਿਊਲਸ ਐਂਡ ਬਾਇਓ ਮੈਕਰੋਮੋਲੀਕਿਊਲਸ। ਬਾਇਓ ਮਾਈਕਰੋਮੋਲੀਕਿਊਲਸ ਦੇ ਵਿੱਚ ਬੇਟਾ ਅਸੀਂ ਹੁਣ ਤੱਕ ਅਮਾਈਨੋ ਐਸਿਡ, ਮੋਨੋਸੈਕਰਾइड्स, ਨਿਊਕਲੀਓਟਾਈਡਸ ਇਹਨਾਂ ਬਾਰੇ ਪੜ੍ਹ ਚੁੱਕੇ ਹਾਂ। तो बायो मैक्रोमोलीक्यूल्स ਦੇ ਵਿੱਚ ਬੇਟਾ ਅਸੀਂ ਕਾਰਬੋਹਾਈਡਰੇਟ, ਪੋਲੀਸੈਕਰਾइड ਤੇ ਪ੍ਰੋਟੀਨਸ ਦੀ ਸਟੱਡੀ ਕਰ ਚੁੱਕੇ ਹਾਂ। ਬਾਇਓ ਮੈਕਰੋਮੋਲੀक्यूल्स ਦੇ ਵਿੱਚ ਸਾਡਾ ਜੋ ਅੱਜ ਦਾ ਟੌਪਿਕ ਰਹਿਣ ਵਾਲਾ ਬੇਟਾ ਦੈਟ ਇਜ਼ ਨਿਊਕਲਿਕ ਐਸਿਡ, ਸਟਰਕਚਰ ਆਫ ਨਿਊਕਲਿਕ ਐਸਿਡ। ਤਾਂ ਨਿਊਕਲਿਕ ਐਸਿਡ ਦੇ ਸਟਰਕਚਰ ਨੂੰ ਬੇਟਾ ਸਮਝਣ ਤੋਂ ਪਹਿਲਾਂ ਇੱਕ ਵਾਰ ਅਸੀਂ ਇਹ ਸਮਝਣ ਦੀ ਕੋਸ਼ਿਸ਼ ਕਰੀਏ ਕਿ ਕਿਸ ਤਰੀਕੇ ਨਾਲ ਪੋਲੀਮਰਾਈਜੇਸ਼ਨ ਐਕਚੁਅਲ ਦੇ ਵਿੱਚ ਹੁੰਦੀ ਹੈ। ਜਿਸ ਤਰ੍ਹਾਂ ਬੇਟਾ ਸਾਡੇ ਕੋਲੇ ਮੋਨੋਮਰ ਅਮਾਈਨੋ ਐਸਿਡ ਸੀਗੇ, ਉਹਨਾਂ ਦੀ ਪੋਲੀਮਰਾਈਜੇਸ਼ਨ ਨਾਲ ਪ੍ਰੋਟੀਨਸ ਬਣੇ ਹੈ। ਉਸੇ ਤਰੀਕੇ ਨਾਲ ਹੀ ਸਾਡੇ ਕੋਲੇ ਜਿਹੜੇ ਮੋਨੋਸੈਕਰਾइड ਸੀਗੇ, ਜਿਹਦੇ ਵਿੱਚ ਬੇਟਾ ਅਸੀਂ ਸਿੰਪਲ ਸ਼ੂਗਰ ਮੋਲੀਕਿਊਲ ਜਿਵੇਂ ਗਲੂਕੋਜ਼ ਦੀ ਗੱਲ ਕੀਤੀ ਹੈ, ਉਹਦੀ ਪੋਲੀਮਰਾਈਜੇਸ਼ਨ ਦੇ ਨਾਲ ਅਸੀਂ ਸਟਾਰਚ ਮੋਲੀਕਿਊਲ ਬਣਾਇਆ ਹੈ। ਬਿਲਕੁਲ ਉਸੇ ਤਰੀਕੇ ਨਾਲ ਹੀ ਬੇਟਾ ਇਸ ਵਾਰ ਜਿਹੜੇ ਸਾਡੇ ਕੋਲੇ ਮੋਨੋਮਰਸ ਹੈਗੇ ਨੇ ਉਹ ਸਾਡੇ ਨਿਊਕਲੀਓਟਾਈਡਸ ਨੇ, ਤੇ ਇਹ ਤੋਂ ਜਿਹੜੇ ਪੋਲੀਮਰਸ ਬਣਨ ਵਾਲੇ ਨੇ ਉਹ ਪੋਲੀਨਿਊਕਲੀਓਟਾਈਡਸ ਜਾਂ ਨਿਊਕਲਿਕ ਐਸਿਡ ਹੈ। ਤਾਂ ਹੁਣ ਕੀ ਇਹ ਨਿਊਕਲਿਕ ਐਸਿਡ ਹੈ, ਕਿਸ ਤਰੀਕੇ ਨਾਲ ਨਿਊਕਲੀਓਟਾਈਡਸ ਆਪਸ ਦੇ ਵਿੱਚ ਕੰਬਾਈਨ ਕਰਦੇ ਨੇ ਜਾਂ ਨਿਊਕਲੀਓਟਾਈਡਸ ਕੀ ਹੁੰਦੇ ਹੈ, ਉਸ ਚੀਜ਼ ਨੂੰ ਅਸੀਂ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਸੋ ਸਭ ਤੋਂ ਪਹਿਲਾਂ ਆਪਣੀ ਗੱਲ ਅਸੀਂ ਮੋਨੋਮਰ ਨਿਊਕਲੀਓਟਾਈਡਸ ਤੋਂ ਸ਼ੁਰੂ ਕਰਾਂਗੇ। ਬੇਟਾ ਇਸੇ ਚੈਪਟਰ ਦੇ ਇੱਕ ਲੈਕਚਰ ਦੇ ਵਿੱਚ ਆਲਰੇਡੀ ਮੈਂ ਨਿਊਕਲੀਓਟਾਈਡਸ ਦੇ ਸਟਰਕਚਰ ਨੂੰ ਬਹੁਤ ਜ਼ਿਆਦਾ ਐਕਸਪਲੇਨ ਕਰ ਚੁੱਕੇ ਹਾਂ, ਪੂਰੀ ਡਿਟੇਲ ਦੇ ਵਿੱਚ ਨਿਊਕਲੀਓਟਾਈਡਸ ਦੱਸੇ ਹੈ। ਕਿਸੇ ਸਟੂਡੈਂਟਸ ਨੂੰ ਬੇਟਾ ਜੇ ਸਮਝਣੇ ਹੈਗੇ ਆ ਤਾਂ ਉਹ ਜ਼ਰੂਰ ਜਾ ਕੇ ਪਿੱਛੇ ਆਪਣਾ ਇਸ ਬਾਇਓਮੋਲੀਕਿਊਲਸ ਚੈਪਟਰ ਦਾ ਜੋ ਪਾਰਟ 2 ਹੈ ਉਸ ਦਾ ਵੀਡੀਓ ਜ਼ਰੂਰ ਦੇਖਣ। ਬਟ ਕਿਉਂਕਿ ਅੱਜ ਦਾ ਜਿਹੜਾ ਸਾਡਾ ਟੌਪਿਕ ਹੈਗਾ ਉਹ ਨਿਊਕਲਿਕ ਐਸਿਡ ਦੇ ਸਟਰਕਚਰ ਨਾਲ ਸੰਬੰਧਿਤ ਹੈ, ਅਸੀਂ ਨਿਊਕਲਿਕ ਐਸਿਡ ਦਾ ਸਟਰਕਚਰ ਸਟੱਡੀ ਕਰਨਾ ਹੈ। ਪਰ ਮੈਂ ਆਲਰੇਡੀ ਤੁਹਾਨੂੰ ਇਹ ਗੱਲ ਦੱਸ ਚੁੱਕੇ ਹਾਂ ਕਿ ਨਿਊਕਲਿਕ ਐਸਿਡ ਬਣਦਾ ਕਿਹਦੇ ਤੋਂ ਹੈ, ਨਿਊਕਲੀਓਟਾਈਡਸ ਤੋਂ। ਜਦੋਂ ਨਿਊਕਲੀਓਟਾਈਡਸ ਦੀ ਪੋਲੀਮਰਾਈਜੇਸ਼ਨ ਕਰਦੇ ਆ ਨਾ ਤਾਂ ਸਾਡੇ ਕੋਲੇ ਬਣਦਾ ਪੋਲੀਨਿਊਕਲੀਓਟਾਈਡ। ਜਿਹੜਾ ਪੋਲੀਨਿਊਕਲੀਓਟਾਈਡ ਹੈ ਇਹੀ ਅਸਲ ਦੇ ਵਿੱਚ ਨਿਊਕਲਿਕ ਐਸਿਡ ਹੈ। ਇਹਨੂੰ ਨਿਊਕਲਿਕ ਐਸਿਡ ਕਹਿ ਦਈਏ ਚਾਹੇ ਪੋਲੀਨਿਊਕਲੀਓਟਾਈਡ ਕਹਿ ਦਈਏ, ਇੱਕੋ ਹੀ ਗੱਲ ਹੈ। ਇਹਦਾ ਮਤਲਬ ਬੇਟਾ ਕਿ ਨਿਊਕਲੀਓਟਾਈਡ, ਪੋਲੀਨਿਊਕਲੀਓਟਾਈਡ ਜਾਂ ਨਿਊਕਲਿਕ ਐਸਿਡ ਦਾ ਸਟਰਕਚਰ ਸਟੱਡੀ ਕਰਨ ਦੇ ਲਈ ਐਕਚੁਅਲ ਦੇ ਵਿੱਚ ਸਾਨੂੰ ਕਿਹਦਾ ਸਟਰਕਚਰ ਆਉਣਾ ਚਾਹੀਦਾ, ਨਿਊਕਲੀਓਟਾਈਡ ਦਾ। ਸੋ ਆਪਣੀ ਗੱਲ ਇੱਕ ਵਾਰੀ ਅਸੀਂ ਨਿਊਕਲੀਓਟਾਈਡਸ ਤੋਂ ਸਟਾਰਟ ਕਰਾਂਗੇ, ਕੋਈ ਰਿਵੀਜ਼ਨ ਲਵਾਂਗੇ ਬੇਟਾ ਕਿ ਨਿਊਕਲੀਓਟਾਈਡਸ ਕੀ ਹੁੰਦੇ ਹੈ। ਤਾਂ ਹੁਣ ਜਿਹੜੇ ਨਿਊਕਲੀਓਟਾਈਡਸ ਨੇ ਬੇਟਾ, ਨਿਊਕਲੀਓਟਾਈਡਸ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਇਸ ਸਟਰਕਚਰ ਦੇ ਵਿੱਚ ਸਾਡੇ ਕੋਲੇ 3 ਪਾਰਟ ਹੁੰਦੇ ਹੈ। ਇੱਕ ਹੁੰਦਾ ਬੇਟਾ ਇਸ ਦੇ ਵਿੱਚ ਸ਼ੂਗਰ ਮੋਲੀਕਿਊਲ, ਦੂਸਰਾ ਇਹਦੇ ਵਿੱਚ ਆਪਣੇ ਕੋਲੇ ਹੁੰਦਾ ਹੈ ਨਾਈਟ੍ਰੋਜਨ ਬੇਸ, ਤੇ ਤੀਸਰਾ ਇਹਦੇ ਵਿੱਚ ਆਪਣੇ ਕੋਲੇ ਹੁੰਦਾ ਹੈ ਫਾਸਫੇਟ ਗਰੁੱਪ। ਸੋ ਜੇ ਅਸੀਂ ਇਹਨਾਂ ਤਿੰਨਾਂ ਬਾਰੇ ਜਾਣਕਾਰੀ ਰੱਖਦੇ ਹਾਂ ਤਾਂ ਅਸੀਂ ਨਿਊਕਲੀਓਟਾਈਡਸ ਦਾ ਸਟਰਕਚਰ ਬਣਾ ਸਕਦੇ ਹਾਂ। ਹੁਣ ਇਹ ਤਿੰਨੋਂ ਕੀ ਹੈ, ਸ਼ੂਗਰ ਮੋਲੀਕਿਊਲ ਕੀ ਹੈ, ਨਾਈਟ੍ਰੋਜਨ ਬੇਸ ਇਹ 'ਚ ਕਿਹੋ ਜਿਹੇ ਹੁੰਦੇ ਨੇ, ਜਾਂ ਫਾਸਫੇਟ ਗਰੁੱਪ ਦਾ ਸਟਰਕਚਰ ਕੀ ਹੈ, ਇਹਨਾਂ ਨੂੰ ਅਸੀਂ ਸਮਝਣਾ ਹੈ। ਸਭ ਤੋਂ ਪਹਿਲਾਂ ਬੇਟਾ ਅਸੀਂ ਗੱਲ ਕਰਦੇ ਹਾਂ ਸ਼ੂਗਰ ਮੋਲੀਕਿਊਲ ਦੀ। ਜਿਹੜਾ ਸ਼ੂਗਰ ਮੋਲੀਕਿਊਲ ਨਿਊਕਲੀਓਟਾਈਡਸ ਦੇ ਵਿੱਚ ਹੁੰਦਾ ਹੈ ਉਹ ਸ਼ੂਗਰ ਮੋਲੀਕਿਊਲ ਜਿਹੜਾ ਹੋ ਸਕਦਾ ਦੈਟ ਮੇ ਬੀ ਰਾਈਬੋਜ਼ ਸ਼ੂਗਰ ਔਰ ਦੈਟ ਮੇ ਬੀ ਡੀਆਕਸੀਰਾਈਬੋਜ਼ ਸ਼ੂਗਰ। ਇਹਨਾਂ 'ਚੋਂ ਕੋਈ ਵੀ ਇੱਕ ਹੋ ਸਕਦਾ ਹੈ, ਰਾਈਬੋਜ਼ ਵੀ ਅਤੇ ਡੀਆਕਸੀਰਾਈਬੋਜ਼ ਵੀ। ਡਿਪੈਂਡਿੰਗ ਅਪੋਨ ਦੈਟ ਨਿਊਕਲੀਓਟਾਈਡਸ ਵੀ ਦੋ ਤਰ੍ਹਾਂ ਦੇ ਹੋਣਗੇ, ਤੇ ਉਸੇ ਬੇਸ 'ਤੇ ਹੀ ਪੋਲੀਨਿਊਕਲੀਓਟਾਈਡਸ ਮਤਲਬ ਕਿ ਨਿਊਕਲਿਕ ਐਸਿਡ ਵੀ ਦੋ ਤਰ੍ਹਾਂ ਦਾ ਹੋਊਗਾ। ਸੋ ਇਹ ਗੱਲ ਯਾਦ ਰੱਖਿਓ ਜਦੋਂ ਆਪਾਂ ਨਿਊਕਲੀਓਕ ਐਸਿਡ ਦੀਆਂ ਕੈਟਾਗਰੀਜ਼ ਕਰਾਂਗੇ। ਤਾਂ ਸ਼ੂਗਰ ਮੋਲੀਕਿਊਲ ਦੋ ਹੋ ਸਕਦੇ ਨੇ, ਰਾਈਬੋਜ਼ ਅਤੇ ਡੀਆਕਸੀਰਾਈਬੋਜ਼ ਸ਼ੂਗਰ। ਹੁਣ ਸਭ ਤੋਂ ਪਹਿਲਾਂ ਅਸੀਂ ਆਪਣੀ ਗੱਲ ਸ਼ੂਗਰ ਰਾਈਬੋਜ਼ ਮੋਲੀਕਿਊਲ ਬਾਰੇ ਕਰਦੇ ਹਾਂ ਕਿ ਦੋ ਤਰ੍ਹਾਂ ਦੀ ਮੈਂ ਸ਼ੂਗਰ ਤੁਹਾਨੂੰ ਦੱਸਿਆ, ਇੱਕ ਰਾਈਬੋਜ਼ ਅਤੇ ਇੱਕ ਡੀਆਕਸੀਰਾਈਬੋਜ਼। ਰਾਈਬੋਜ਼ ਸ਼ੂਗਰ ਕੀ ਹੈ, ਰਾਈਬੋਜ਼ ਇੱਕ ਪੈਂਟੋਜ਼ ਸ਼ੂਗਰ ਹੈ ਜਿਹਦਾ ਫਾਰਮੂਲਾ ਹੈ C5H10O5। ਇਸ ਦੇ ਵਿੱਚ ਬੇਟਾ ਇਸ ਤਰੀਕੇ ਨਾਲ ਇੱਕ ਪੈਂਟੋਜ਼ ਸ਼ੂਗਰ ਹੈ ਜਿਹ 'ਚ 5 ਕਾਰਬਨਸ ਆਪਣੇ ਕੋਲੇ ਹੈਗੀਆਂ ਨੇ,
5 ਕਾਰਬਨਸ ਕਿਹੜੀਆਂ ਕਿਹੜੀਆਂ ਹੈਗੀਆਂ ਨੇ ਬੇਟਾ? ਇਸ ਦੇ ਵਿੱਚ ਸਭ ਤੋਂ ਪਹਿਲਾਂ ਹੈ ਕਾਰਬਨ ਨੰਬਰ 1 2 3 4, ਦੈਨ 5th ਜਿਹੜੀ ਹੈਗੀ ਇੱਥੇ ਲੱਗਿਆ ਹੋਇਆ CH2OH ਗਰੁੱਪ ਲੱਗਿਆ ਹੋਇਆ। ਸੋ ਕਾਰਬਨ ਨੰਬਰ 1 ਤੇ ਇੱਕ ਸਾਈਡ ਤੇ ਹਾਈਡਰੋਕਸਲ ਗਰੁੱਪ ਹੈ, ਦੂਜਾ ਹਾਈਡਰੋਜਨ ਹੈ। 2 ਤੇ ਵੀ ਹਾਈਡਰੋਜਨ ਤੇ ਹਾਈਡਰੋਕਸਲ ਹੈ। 3 ਤੇ ਵੀ ਹਾਈਡਰੋਜਨ ਤੇ ਹਾਈਡਰੋਕਸਲ ਹੈ। 4 ਦੀ ਇੱਕ ਸਾਈਡ ਤੇ ਹਾਈਡਰੋਜਨ ਹੈ ਤੇ ਦੂਸਰੀ ਸਾਈਡ ਤੇ CH2OH ਗਰੁੱਪ ਲੱਗਿਆ ਹੋਇਆ ਹੈ। ਸੋ ਇਹਦੇ ਵਿੱਚ ਦੇਖੀਏ ਬੇਟਾ 5 ਕਾਰਬਨਸ ਜਸਟੀਫਾਈ ਹੋ ਰਹੀਆਂ ਨੇ। ਹਾਈਡਰੋਜਨਸ ਦੀ ਗੱਲ ਕਰੀਏ, ਦਿਸ ਇਜ਼ 1 2 3 4 5 6 7 8 9 ਐਂਡ 10 ਹਾਈਡਰੋਜਨਸ ਨੇ। ਆਕਸੀਜਨਸ ਬੇਟਾ ਜੇ ਦੇਖੀਏ ਆਪਣੇ ਕੋਲੇ ਹਾਈਡਰੋਕਸਲ ਗਰੁੱਪ ਜਿਹੜੇ ਲੱਗੇ ਨੇ 1 2 3 4 ਹਾਈਡਰੋਕਸਲ ਗਰੁੱਪਸ ਲੱਗੇ ਹੈ, ਇੱਕ ਆਕਸੀਜਨ ਪਈ ਹੈ। ਸੋ ਇਹਦਾ ਮਤਲਬ ਬੇਟਾ 5 ਆਕਸੀਜਨਸ ਇਸ ਦੇ ਵਿੱਚ ਲੱਗੀਆਂ ਹੋਈਆਂ ਨੇ। ਸੋ ਦਿਸ ਇਜ਼ ਰਾਈਬੋਸ ਸ਼ੂਗਰ। ਇਸੇ ਰਾਈਬੋਸ ਸ਼ੂਗਰ ਦੇ ਬੇਟਾ ਜੇ ਮੈਂ ਕਾਰਬਨ ਨੰਬਰ 2 ਦੀ ਗੱਲ ਕਰਾਂ, ਕਾਰਬਨ ਨੰਬਰ 2 ਦੇ ਉੱਤੇ ਲੱਗੇ ਹੋਏ ਹਾਈਡਰੋਕਸਲ ਗਰੁੱਪ ਦੇ ਵਿੱਚੋਂ ਇੱਕ ਆਕਸੀਜਨ ਘੱਟ ਕਰਦਾ ਮੈਂ, ਮਤਲਬ ਕਿ ਇਸ ਕਾਰਬਨ ਨੰਬਰ 2 ਦੇ ਉੱਤੇ ਇੱਕ ਸਾਈਡ ਤੇ ਹਾਈਡਰੋਜਨ ਤੇ ਦੂਜੇ ਸਾਈਡ ਤੇ ਵੀ ਹਾਈਡਰੋਜਨ ਲੱਗਿਆ ਆ ਜੇ ਤਾਂ ਆਪਣੇ ਕੋਲੇ ਬੇਟਾ ਜਿਹੜਾ ਹੈਗਾ ਇਹਦਾ ਫਾਰਮੂਲਾ ਬਣ ਜਾਊਗਾ C5H10O4। ਹੁਣ ਇਹ ਰਾਈਬੋਸ ਦੀ ਇੱਕ ਆਕਸੀਜਨ ਘਟ ਗਈ ਨਾ, ਇਸੇ ਕਰਕੇ ਇਸ ਨੂੰ ਕੀ ਕਹਿ ਦਾਂਗੇ ਅਸੀਂ? ਡੀਆਕਸੀ ਰਾਈਬੋਸ। ਤਾਂ ਸ਼ੂਗਰ ਦੋ ਤਰ੍ਹਾਂ ਦੀ ਹੋ ਗਈ, ਰਾਈਬੋਸ ਐਂਡ ਡੀਆਕਸੀ ਰਾਈਬੋਸ। ਮੈਂ ਉਮੀਦ ਕਰਦਾ ਕਿ ਤੁਹਾਨੂੰ ਰਾਈਬੋਸ ਤੇ ਡੀਆਕਸੀ ਰਾਈਬੋਸ ਦਾ ਮਤਲਬ ਜ਼ਰੂਰ ਸਮਝ ਲੱਗਿਆ ਹੋਊਗਾ। ਰੱਟਾ ਮਾਰਨ ਨੂੰ ਤਾਂ ਬੇਟਾ ਅਸੀਂ ਮਾਰ ਸਕਦੇ ਹਾਂ ਕਿ DNAH ਡੀਆਕਸੀ ਰਾਈਬੋਸ ਸ਼ੂਗਰ ਹੁੰਦੀ ਹੈ, ਬਟ ਉਹਦਾ ਐਕਚੁਅਲ ਮੀਨਿੰਗ ਕੀ ਹੈ ਉਹ ਵੀ ਕਲੀਅਰ ਹੋਣਾ ਜ਼ਰੂਰੀ ਹੈ। ਫਿਰ ਹੀ ਕਿਤੇ ਨਾ ਕਿਤੇ ਜਾ ਕੇ ਸਾਡੇ ਗੱਲਾਂ ਯਾਦ ਰਹਿਣਗੀਆਂ। ਜਦੋਂ ਪੇਪਰ 'ਚ ਬੈਠੇ ਹੋਵਾਂਗੇ ਨਾ, MCQs ਆਉਂਦੇ ਹੈ ਤਾਂ ਉਸ ਟਾਈਮ ਦੇ ਉੱਤੇ ਬੇਟਾ ਬੜੇ ਘੁਮਾ ਕੇ ਕੁਐਸਚਨ ਪੁੱਛੇ ਜਾਂਦੇ ਨੇ। ਜਦ ਬੇਸਿਕ ਕਨਸੈਪਟਸ ਕਲੀਅਰ ਹੁੰਦੇ ਹੈ ਤਾਂ ਸਾਡੇ ਸਾਰੇ ਕੁਐਸਚਨਸ ਬਹੁਤ ਵਧੀਆ ਤਰੀਕੇ ਨਾਲ ਹੁੰਦੇ ਜਾਂਦੇ ਹੈ। ਇਸ ਕਰਕੇ ਬੇਟਾ ਜਿਹੜਾ ਹੈਗਾ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਹੁੰਦਾ। ਹੁਣ ਬੇਟਾ ਇਸ ਤੋਂ ਬਾਅਦ ਦੇ ਵਿੱਚ ਆਪਾਂ ਰਾਈਬੋਸ ਸ਼ੂਗਰ ਦੀ ਗੱਲ ਕਰ ਲਈ, ਡੀਆਕਸੀ ਰਾਈਬੋਸ ਸ਼ੂਗਰ ਦੀ ਗੱਲ ਕਰ ਲਈ। ਦੂਸਰਾ ਇਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਕਿ ਨਾਈਟ੍ਰੋਜਨ ਬੇਸ ਹੁੰਦਾ ਹੈ। ਨਾਈਟ੍ਰੋਜਨ ਬੇਸ ਜਿਹੜਾ ਹੈਗਾ ਬੇਟਾ ਦੋ ਤਰ੍ਹਾਂ ਦੇ ਆਪਣੇ ਕੋਲੇ ਮੋਲੀਕਿਊਲਸ ਮੈਂ ਆਲਰੇਡੀ ਕਰਵਾ ਚੁੱਕੇ ਹਾਂ, ਅੱਜ ਮੈਂ ਸਿਰਫ ਰਿਵਾਈਜ਼ ਹੀ ਕਰਵਾ ਰਿਹਾ ਤੁਹਾਨੂੰ। ਇੱਕ ਆਪਣੇ ਕੋਲੇ ਜਿਹੜੇ ਹੈਗੇ ਨੇ ਬੇਟਾ ਉਹ ਹੈਗੇ ਨੇ ਦੋ ਤਰ੍ਹਾਂ ਦੇ ਜਿਹੜੇ ਨਾਈਟ੍ਰੋਜਨ ਬੇਸਿਸ, ਜਿਹਨ ਦੋ ਕੈਟਾਗਰੀਜ਼ ਦੇ ਵਿੱਚ ਅਸੀਂ ਬਣ ਸਕਦੇ ਹਾਂ, ਇੱਕ ਪੁਰਾਈਨਸ ਤੇ ਇੱਕ ਜਿਹੜੇ ਹੈਗੇ ਨੇ ਬੇਟਾ ਉਹ ਪ੍ਰੀਮੀਡੀਨਸ। ਜਿਹੜੇ ਪੁਰਾਈਨਸ ਹੈਗੇ ਨੇ ਇਹਦੇ ਵਿੱਚ ਬੇਟਾ ਮੇਰੇ ਕੋਲੇ ਦੋ ਪੁਰਾਈਨ ਬੇਸਿਸ ਹੁੰਦੇ ਹੈ, ਐਡੀਨਿਨ ਐਂਡ ਗੋਨਿਨ। ਪ੍ਰੀਮੀਡੀਨ ਹੁੰਦੇ ਸਾਈਟੋਸਿਨ, ਥਾਇਆਮੀਨ ਐਂਡ ਯੂਰਾਸਿਲ, ਇਹ ਹੁੰਦੇ ਆ ਬੇਟਾ। ਤਾਂ ਹੁਣ ਇਹ ਕਿਸੇ ਵੀ ਇੱਕ ਨਿਊਕਲੀਓਟਾਈਡ 'ਚ ਕੋਈ ਇੱਕ ਹੋਊਗਾ, ਮੇ ਬੀ ਐਡੀਨਿਨ, ਮੇ ਬੀ ਗੋਨਿਨ, ਮੇ ਬੀ ਸਾਈਟੋਸਿਨ, ਥਾਇਆਮੀਨ ਔਰ ਯੂਰਾਸਿਲ। ਬਟ ਤੁਸੀਂ ਸਿਰਫ ਇੱਕ ਗੱਲ ਦਾ ਜ਼ਰੂਰ ਧਿਆਨ ਰੱਖਣਾ ਹੈ ਕਿ ਸਾਈਟੋਸਿਨ ਤੇ ਜਿਹੜਾ ਥਾਇਆਮੀਨ ਤੇ ਯੂਰਾਸਿਲ ਹੈ ਨਾ, ਇਹ ਇਸ ਗੱਲ ਦੇ ਉੱਤੇ ਡਿਪੈਂਡ ਕਰਦਾ ਕਿ ਤੁਹਾਡਾ ਸ਼ੂਗਰ ਮੋਲੀਕਿਊਲ ਕਿਹੜਾ ਹੈ। ਜੇ ਤੁਹਾਡਾ ਸ਼ੂਗਰ ਮੋਲੀਕਿਊਲ ਰਾਈਬੋਸ ਹੈ ਤਾਂ ਯੂਰਾਸਿਲ ਲੱਗੂਗਾ, ਥਾਇਆਮੀਨ ਨਹੀਂ ਲੱਗੂਗਾ। ਤੇ ਜੇ ਡੀਆਕਸੀ ਰਾਈਬੋਸ ਸ਼ੂਗਰ ਹੈ ਤੁਹਾਡਾ, ਸ਼ੂਗਰ ਮੋਲੀਕਿਊਲ ਦੋ ਸੀ, ਜੇ ਡੀਆਕਸੀ ਰਾਈਬੋਸ ਹੈ ਤਾਂ ਥਾਇਮੀਨ ਕੰਬਾਈਨ ਕਰੇਗਾ, ਯੂਰਾਸਿਲ ਕੰਬਾਈਨ ਨਹੀਂ ਕਰੇਗਾ। ਸੋ ਡੀਆਕਸੀ ਰਾਈਬੋਸ ਦੇ ਵਿੱਚ ਥਾਇਮੀਨ ਤੇ ਰਾਈਬੋਸ ਦੇ ਵਿੱਚ ਯੂਰਾਸਿਲ, ਇਸ ਗੱਲ ਦਾ ਧਿਆਨ ਰੱਖਣਾ। ਸੋ ਇਹ ਨਾਈਟ੍ਰੋਜਨ ਬੇਸਿਸ ਹੋ ਗਏ। ਦੈਨ ਤੀਸਰਾ ਬੇਟਾ ਜਿਹੜਾ ਹੈਗਾ ਆਪਣੇ ਕੋਲੇ ਗਰੁੱਪ ਹੈਗਾ, ਦੈਟ ਇਜ਼ ਫਾਸਫੇਟ ਗਰੁੱਪ। ਫਾਸਫੇਟ ਕੀ ਹੈ? ਐਕਚੁਅਲੀ ਜਿਹੜਾ ਹੈਗਾ ਫਾਸਫੋਰਿਕ ਐਸਿਡ ਹੈ, H3PO4 ਸਾਡੇ ਕੋਲ ਫਾਸਫੋਰਿਕ ਐਸਿਡ ਮੋਲੀਕਿਊਲ ਹੈ। ਤਾਂ ਹੁਣ ਇਸ ਫਾਸਫੋਰਿਕ ਐਸਿਡ ਮੋਲੀਕਿਊਲ ਦੇ ਵਿੱਚੋਂ ਜੇ ਮੈਂ ਹਾਈਡਰੋਜਨ ਜਿਹੜੇ ਪ੍ਰੋਟੋਨ ਰਿਮੂਵ ਕਰਦਾ, ਬੇਸਿਕ ਕੈਮਿਸਟਰੀ ਹੈ ਇਹ, PO4 3 ਨੈਗੇਟਿਵ ਆ ਗਿਆ, ਇਹ ਕੀ ਹੈ? ਫਾਸਫੇਟ ਗਰੁੱਪ ਆ ਗਿਆ ਸਾਡੇ। ਫਾਸਫੇਟ ਗਰੁੱਪ ਕੀ ਆ ਗਿਆ? ਫਾਸਫੋਰਸ ਡਬਲ ਬੌਂਡ ਆਕਸੀਜਨ, ਸਿੰਗਲ ਬੌਂਡ ਆਕਸੀਜਨ, ਆਕਸੀਜਨ, ਆਕਸੀਜਨ ਐਂਡ ਥੀਸ 3 ਆਕਸੀਜਨਸ ਆਰ ਹੈਵਿੰਗ ਨੈਗੇਟਿਵ ਚਾਰਜ। ਤਾਂ ਤੁਸੀਂ ਜਿਹੜਾ ਹੈਗਾ ਬੇਟਾ ਲੀਵਜ਼ ਡਾਟ ਸਟਰਕਚਰ ਬਣਾ ਕੇ ਵੀ ਵੇਖ ਸਕਦੇ ਹੋ, ਜਿਹੜੇ ਸਟੂਡੈਂਟਸ ਕੈਮਿਸਟਰੀ ਜੋ ਤੁਸੀਂ ਪੜ੍ਹ ਰਹੇ ਹੋ ਨਾਲ ਨਾਲ। ਤਾਂ ਇਹ ਫਾਸਫੇਟ ਗਰੁੱਪ ਹੈ, ਬੇਸਿਕ ਜੀ ਚੀਜ਼ ਹੈ ਇਹ। ਸੋ ਇਹ ਤਿੰਨੋਂ ਗਰੁੱਪ ਜਿਹੜੇ ਹੈਗੇ ਨੇ ਬੇਟਾ, ਹੁਣ ਮੇਰੇ ਕੋਲ ਸ਼ੂਗਰ ਮੋਲੀਕਿਊਲ, ਸ਼ੂਗਰ ਮੋਲੀਕਿਊਲ ਨਾਲ ਇੱਕ ਪਾਸੇ ਮੇਰੇ ਕੋਲ ਲੱਗ ਗਿਆ ਨਾਈਟ੍ਰੋਜਨ ਬੇਸ ਤੇ ਦੂਸਰੇ ਪਾਸੇ ਮੇਰੇ ਕੋਲ ਲੱਗ ਗਿਆ ਫਾਸਫੇਟ ਗਰੁੱਪ। ਤਾਂ ਆਹ ਤਿੰਨੇ ਚੀਜ਼ਾਂ ਦਾ ਜਿਹੜਾ ਕੰਬੀਨੇਸ਼ਨ ਹੈ, ਇਸ ਕੰਬੀਨੇਸ਼ਨ ਦੀ ਮੈਂ ਗੱਲ ਕਰ ਰਿਹਾ ਸੀ ਕਿ ਇਹ ਕੰਬੀਨੇਸ਼ਨ ਹੈ ਸਾਡਾ ਨਿਊਕਲੀਓਟਾਈਡ। ਆਪਾਂ ਪੋਲੀਮਰਾਈਜੇਸ਼ਨ ਇਹਦੀ ਕਰਨੀ ਹੈ, ਮਤਲਬ ਕਿ ਇਹ ਤਾਂ ਜਸਟ ਮੇਰੇ ਕੋਲ ਹਜੇ ਮੋਨੋਮਰ ਤਿਆਰ ਹੋਇਆ ਹੈ। ਜਿਹੜਾ ਮੋਨੋਮਰ ਨਿਊਕਲੀਓਟਾਈਡ ਹੈ ਜਿਹਦੀ ਮੈਂ ਪੋਲੀਮਰਾਈਜੇਸ਼ਨ ਕਰਾਊਂਗਾ ਸੋ ਦੈਟ ਮੇਰੇ ਕੋਲੇ ਜਿਹੜਾ ਹੈਗਾ ਪੋਲੀਮਰ ਬਣ ਜੇ, ਪੋਲੀ ਨਿਊਕਲੀਓਟਾਈਡ ਬਣ ਜੇ। ਤਾਂ ਹੁਣ ਨਿਊਕਲੀਓਟਾਈਡ ਦੋ ਤਰ੍ਹਾਂ ਦੇ ਆਪਣੇ ਕੋਲੇ ਬਣ ਗਏ ਸ਼ੂਗਰ ਮੋਲੀਕਿਊਲ ਦੇ ਬੇਸ ਦੇ ਉੱਤੇ। ਇੱਕ ਤਾਂ ਬੇਟਾ ਆਪਣੇ ਕੋਲੇ ਬਣ ਗਏ ਰਾਈਬੋ ਨਿਊਕਲੀਓਟਾਈਡ ਤੇ ਦੂਸਰੇ ਬਣ ਗਏ ਡੀਆਕਸੀ ਰਾਈਬੋ ਨਿਊਕਲੀਓਟਾਈਡ।
ਜਿਹੜੇ ਤਾਂ ਰਾਈਬੋ ਨਿਊਕਲੀਓਟਾइड ਨੇ ਇਹਦਾ ਤਾਂ ਬਣ ਜੂਗਾ ਪੋਲੀ ਰਾਈਬੋ ਨਿਊਕਲੀਓਟਾइड। ਜਿਹੜਾ ਪੋਲੀ ਰਾਈਬੋ ਨਿਊਕਲੀਓਟਾइड ਹੈ ਇਹੀ ਬੇਟਾ ਐਕਚੁਅਲ ਦੇ ਵਿੱਚ ਸਾਡਾ ਕਿਹੜਾ ਮੋਲੀਕਿਊਲ ਹੈ, RNA ਮੋਲੀਕਿਊਲ ਹੈ। ਤੇ ਜਿਹੜਾ ਆਪਣੇ ਕੋਲੇ ਹੈਗਾ ਡੀਆਕਸੀ ਰਾਈਬੋ ਨਿਊਕਲੀਓਟਾइड ਇਹਲੀ ਪੋਲੀਮਰਾਈਜੇਸ਼ਨ ਨਾਲ ਬਣ ਜੂਗਾ ਪੋਲੀ ਡੀਆਕਸੀ ਰਾਈਬੋ ਨਿਊਕਲੀਓਟਾइड। ਜਿਹੜਾ ਇਹ ਪੋਲੀ ਡੀਆਕਸੀ ਰਾਈਬੋ ਨਿਊਕਲੀਓਟਾइड ਹੈ ਇਹ ਬੇਟਾ ਐਕਚੁਅਲ ਦੇ ਵਿੱਚ ਸਾਡਾ ਕਿਹੜਾ ਮੋਲੀਕਿਊਲ ਹੈ, DNA ਮੋਲੀਕਿਊਲ ਹੈ, ਡੀਆਕਸੀ ਰਾਈਬੋ ਨਿਊਕਲਿਕ ਐਸਿਡ। ਇਹਦਾ ਮਤਲਬ ਨਿਊਕਲਿਕ ਐਸਿਡ ਜਿਹੜਾ ਮੇਰਾ ਅੱਜ ਦਾ ਟੌਪਿਕ ਹੈ ਉਹ ਨਿਊਕਲਿਕ ਐਸਿਡ ਦੋ ਕੈਟਾਗਰੀਜ਼ ਦਾ ਹੋਏਗਾ, RNA ਐਂਡ DNA, ਰਾਈਬੋ ਨਿਊਕਲਿਕ ਐਸਿਡ ਤੇ ਡੀਆਕਸੀ ਰਾਈਬੋ ਨਿਊਕਲਿਕ ਐਸਿਡ ਡਿਪੈਂਡਿੰਗ ਅਪੋਨ ਦਾ ਟਾਈਪ ਆਫ ਸ਼ੂਗਰ ਮੋਲੀਕਿਊਲ। ਤੇ ਗੱਲ ਯਾਦ ਰੱਖਿਓ ਬੇਟਾ ਸ਼ੂਗਰ ਮੋਲੀਕਿਊਲ ਦੇ ਬੇਸ ਤੇ ਹੀ ਉਹਦੇ ਨਾਲ ਲੱਗਣ ਵਾਲੇ ਨਾਈਟ੍ਰੋਜਨ ਬੇਸਿਸ ਡਿਸਾਈਡ ਹੁੰਦੇ ਹੈ। ਸੋ ਇਹ ਆਪਣੇ ਕੋਲੇ ਦੋ ਕੈਟਾਗਰੀਜ਼ ਨੇ ਜਿਨ੍ਹਾਂ ਬਾਰੇ ਬੇਟਾ ਅੱਜ ਅਸੀਂ ਪੜ੍ਹਨਾ ਹੈ। ਹਾਂਜੀ, ਸੋ ਨਿਊਕਲਿਕ ਐਸਿਡ ਕੀ ਹੈ? ਨਿਊਕਲਿਕ ਐਸਿਡਸ ਆਰ ਦਾ ਹੈਟਰੋਪੋਲੀਮਰਸ। ਹੁਣ ਦੇਖੋ ਫਰਕ ਪੈ ਗਿਆ ਨਾ, ਅੱਜ ਤੱਕ ਤਾਂ ਆਪਾਂ ਗੱਲ ਹੋਮੋਪੋਲੀਮਰਸ ਦੀ ਕਰਦੇ ਆਏ, ਸਟਾਰਚ ਦੀ ਗੱਲ ਕੀਤੀ ਆਪਾਂ ਕਿ ਹੋਮੋਪੋਲੀਮਰ ਹੈ ਗਲੂਕੋਜ਼ ਦਾ। ਅਸੀਂ ਬੇਟਾ ਫਿਰ ਜਿਹੜੀ ਹੈਗੀ ਹੈ ਗੱਲ ਆਪਣੇ ਕੋਲੇ ਪ੍ਰੋਟੀਨਸ ਦੇ ਵਿੱਚ ਵੀ ਅਸੀਂ ਦੇਖੇ ਕਿ ਅਮਾਈਨੋ ਐਸਿਡਸ ਜਿਹੜੇ ਹੈਗੇ ਨੇ ਕੰਬਾਈਨ ਕਰਦੇ ਹੈ, ਬਟ ਉਹਦੇ ਵਿੱਚ ਲੱਗਣ ਵਾਲੇ ਅਮਾਈਨੋ ਐਸਿਡਸ ਅਲੱਗ-ਅਲੱਗ ਤਰ੍ਹਾਂ ਦੇ ਨੇ ਤਾਂ ਉਹ ਹੈਟਰੋਪੋਲੀਮਰ ਹੋਏਗਾ। ਜੇ ਸਟਾਰਚ ਦੇ ਵਿੱਚ ਲੱਗਣ ਵਾਲੇ ਰਾਈਬੋਜ਼ ਇੱਕੋ ਜਿਹੇ ਨੇ, ਜਿਹੜਾ ਹੈਗਾ ਗਲੂਕੋਜ਼ ਮੋਲੀਕਿਊਲ ਇੱਕੋ ਜਿਹੇ ਨੇ ਤਾਂ ਉਹ ਹੋਮੋਪੋਲੀਮਰ ਹੋਏਗਾ। ਬਟ ਇੱਥੇ ਜਿਹੜਾ ਨਿਊਕਲੀਓਟਾइड ਹੈ ਇਹ ਨਿਊਕਲੀਓਟਾइड ਦਾ ਇੱਕ ਜਨਰਲ ਸਟਰਕਚਰ ਹੈ, ਬਟ ਇਹ ਨਿਊਕਲੀਓਟਾइड ਅਲੱਗ-ਅਲੱਗ ਹੋਣਗੇ ਡਿਪੈਂਡਿੰਗ ਅਪੋਨ ਦਾ ਟਾਈਪ ਆਫ ਨਾਈਟ੍ਰੋਜਨ ਬੇਸ। ਤੁਸੀਂ ਇਹ ਨਾ ਕਹੋ ਕਿ ਸ਼ੂਗਰ ਤਾਂ ਚਲੋ ਡਿਸਾਈਡ ਹੀ ਹੋ ਗਿਆ ਨਾ ਕਿ ਉਹ ਜਿਹੜਾ ਹੈਗਾ RNA ਦੇ ਵਿੱਚ ਰਾਈਬੋਜ਼ ਸ਼ੂਗਰ ਹੋਊਗਾ ਤੇ ਡੀਆਕਸੀ ਰਾਈਬੋਜ਼ ਸ਼ੂਗਰ ਜਿਹੜਾ ਹੈਗਾ ਉਹ ਕਾਹਦੇ 'ਚ ਹੋਊਗਾ, DNA 'ਚ ਹੋਊਗਾ। ਬਟ ਨਾਈਟ੍ਰੋਜਨ ਬੇਸਿਸ ਅਲੱਗ-ਅਲੱਗ ਤਰ੍ਹਾਂ ਦੇ ਹੋ ਸਕਦੇ ਨੇ, maybe adenine, maybe guanine, maybe cytosine, maybe uracil if this is ribose sugar, or this may be adenine, guanine, cytosine and thymine if this is deoxyribose sugar। ਇਹਦਾ ਮਤਲਬ ਅਲੱਗ-ਅਲੱਗ ਤਰ੍ਹਾਂ ਦੇ ਨਿਊਕਲੀਓਟਾइड्स ਹੋਣਗੇ ਤੇ ਉਹਨਾਂ ਦਾ ਪੋਲੀਮਰ ਜਿਹੜਾ ਹੈ ਹੈਟਰੋਪੋਲੀਮਰ ਜਿਹੜਾ ਹੈਗਾ ਬੇਟਾ that is nucleic acid। ਸੋ ਮੈਨੀ ਨਿਊਕਲੀਓਟਾइड्स ਆਰ ਲਿੰਕਡ ਟੂ ਫਾਰਮ ਪੋਲੀਨਿਊਕਲੀਓਟਾइड्स। ਬਹੁਤ ਸਾਰੇ ਨਿਊਕਲੀਓਟਾइड्स ਕੰਬਾਈਨ ਕਰਨਗੇ। ਇੱਕ ਗੱਲ ਯਾਦ ਰੱਖਣ ਵਾਲੀ ਹੈ, ਜਿਹੜੀ ਸਮਝਣ ਵਾਲੀ ਗੱਲ ਹੈ ਕਿ ਉਹ ਕੰਬਾਈਨ ਕਿਸ ਤਰ੍ਹਾਂ ਕਰਨਗੇ। ਗਲੂਕੋਜ਼ ਦੀ ਗੱਲ ਕੀਤੀ, ਗਲਾਈਕੋਸਿਡਿਕ ਬੌਂਡ ਨਾਲ ਕੰਬਾਈਨ ਕੀਤੇ। ਅਮਾਈਨੋ ਐਸਿਡਸ ਦੀ ਗੱਲ ਕੀਤੀ, ਪੈਪਟਾਈਡ ਬੌਂਡ ਨਾਲ ਕੰਬਾਈਨ ਕੀਤੇ। ਬਟ ਇੱਕ ਨਿਊਕਲੀਓਟਾइड ਦੂਜੇ ਨਿਊਕਲੀਓਟਾइड ਨਾਲ ਕਿਸ ਤਰੀਕੇ ਨਾਲ ਕੰਬਾਈਨ ਕਰੇਗਾ, ਬੌਂਡਿੰਗ ਕਿਹੜੀ ਹੋਏਗੀ, ਉਹ ਬੌਂਡਿੰਗ ਅਸੀਂ ਅੱਜ ਦੇ ਟੌਪਿਕ ਦੇ ਵਿੱਚ ਬੇਟਾ ਸਮਝਾਂਗੇ। ਸੋ ਹੁਣ ਗੱਲ ਕਰ ਰਹੇ ਕਿ ਨਿਊਕਲਿਕ ਐਸਿਡ ਇਜ਼ ਆਫ ਟੂ ਟਾਈਪਸ, DNA and RNA। DNA is deoxyribonucleic acid, RNA is ribonucleic acid। ਇੱਕ ਗੱਲ ਹੋਰ ਇਸ ਡਾਇਗਰਾਮ 'ਚ ਕਲੀਅਰ ਹੋ ਰਹੀ ਹੈ ਜਿਹੜੀ ਮੈਂ ਐਕਸਪਲੇਨ ਅੱਗੇ ਜਾ ਕੇ ਕਰੂੰਗਾ, ਬਟ ਇੱਕ ਵਾਰ ਥੋੜ੍ਹਾ ਜਿਹਾ ਇੱਧਰ ਮੈਂ ਤੁਹਾਨੂੰ ਹਿੰਟ ਜਿਹੜਾ ਹੈਗਾ ਇਹਦਾ ਦੇ ਕੇ ਜਾ ਰਹੇ ਹਾਂ। ਉਹ ਇਹ ਹੈ ਕਿ DNA ਦੇ ਸਟਰਕਚਰ ਨੂੰ ਦੇਖੋ ਤੇ RNA ਦੇ ਸਟਰਕਚਰ ਨੂੰ ਦੇਖੋ, ਤੁਹਾਨੂੰ ਕੋਈ ਫਰਕ ਲੱਗ ਰਿਹਾ ਹੈ ਬੇਟਾ? ਯੈਸ, ਬਿਲਕੁਲ। ਜਿਹੜਾ DNA ਦਾ ਸਟਰਕਚਰ ਹੈ ਉਹ ਡਬਲ ਸਟੈਂਡਰਡ ਹੈ, ਉਹ 'ਚ ਦੋ ਮੋਲੀਕਿਊਲਸ ਬਣੇ ਹੋਏ ਨੇ ਤੇ RNA ਜਿਹੜਾ ਹੈਗਾ ਉਹ ਇੱਕੋ ਹੀ ਸਟ੍ਰੈਂਡ ਹੈ, ਸਿੰਗਲ ਸਟ੍ਰੈਂਡ ਹੈਗਾ। ਮਤਲਬ ਕਿ ਜੇ ਇਸੇ RNA ਦੇ ਸਟਰਕਚਰ ਨੂੰ ਮੈਂ ਹੁਣ ਤੁਹਾਡੇ ਸਾਹਮਣੇ ਜਿਹੜਾ ਹੈਗਾ ਬੇਟਾ ਉਹ ਡਬਲ ਸਟੈਂਡਰਡ ਬਣਾ ਰਹੇ ਹਾਂ, ਤਾਂ ਜੇ ਮੈਂ ਇਹਨੂੰ ਇੱਦਾਂ ਕਰਦਾ ਇਹ ਬਣ ਗਿਆ ਨਾ DNA ਵਰਗਾ। ਇਹਦਾ ਮਤਲਬ ਇਹ ਸਾਡੇ ਕੋਲੇ ਜਿਹੜਾ RNA ਸਿੰਗਲ ਸਟੈਂਡਰਡ ਹੈ ਬਟ DNA ਕੀ ਹੈ, ਡਬਲ ਸਟੈਂਡਰਡ ਹੈ। ਸੋ ਦਿਸ ਇਜ਼ RNA, ਇਸੇ ਨੂੰ ਜੇ ਮੈਂ ਡਬਲ ਸਟੈਂਡਰਡ ਕਰ ਦੂੰਗਾ ਦਿਸ ਇਜ਼ DNA। ਸੋ ਇਹ RNA ਤੇ DNA ਦਾ ਇੱਕ ਡਿਫਰੈਂਸ ਹੋਰ ਸਾਹਮਣੇ ਆ ਗਿਆ। ਇੱਕ ਤਾਂ ਮੈਂ ਰਾਈਬੋਜ਼ ਤੇ ਡੀਆਕਸੀਰਾਈਬੋਜ਼ ਸ਼ੂਗਰ ਦੀ ਗੱਲ ਕਰਤੀ, ਇੱਕ ਸਟਰਕਚਰ ਪੁਆਇੰਟ ਆਫ ਵਿਊ ਤੋਂ ਗੱਲ ਦੱਸਤੀ। ਹੁਣ ਬੇਟਾ DNA ਦਾ ਸਟਰਕਚਰ ਕੀ ਹੈ, ਕਿਸ ਤਰ੍ਹਾਂ ਉਹ ਡਬਲ ਸਟੈਂਡਰਡ ਮੋਲੀਕਿਊਲ ਬਣਦਾ ਹੈ, ਕਿਸ ਤਰੀਕੇ ਨਾਲ ਉਹਦੀ ਬੌਂਡਿੰਗ ਹੁੰਦੀ ਹੈ, ਤੇ ਉਹਦੇ ਸਟਰਕਚਰ ਨੂੰ ਐਕਸਪਲੇਨ ਕਰਨ ਦੇ ਲਈ ਵਾਟਸਨ ਤੇ ਕ੍ਰਿਕ ਦਾ ਮਾਡਲ ਹੈ। ਇਸ ਵੱਲ ਅਸੀਂ ਵੱਧਦੇ ਹਾਂ ਬੇਟਾ, ਬਟ ਉਸ ਤੋਂ ਪਹਿਲਾਂ ਥੋੜ੍ਹੀ ਜਿਹੀ ਇਹਦੀ ਬੌਂਡਿੰਗ ਬਾਰੇ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਇਹਦੀ ਬੌਂਡਿੰਗ ਕਿਵੇਂ ਹੁੰਦੀ ਹੈ, ਕਿਹੜਾ ਬੌਂਡ ਇਸ ਦੇ ਵਿੱਚ ਬਣਦਾ ਹੈ। ਤਾਂ ਹੁਣ ਇੱਕ ਨਿਊਕਲੀਓਟਾइड ਮੋਲੀਕਿਊਲ ਹੈ ਜਿਹੜਾ, ਜਿਸ ਤਰ੍ਹਾਂ ਮੈਂ ਇੱਥੇ ਗੱਲ ਕਰਾਂ ਕਿ ਇਹ ਮੇਰੇ ਕੋਲ ਇੱਕ ਸ਼ੂਗਰ ਮੋਲੀਕਿਊਲ ਆ ਗਿਆ, ਇਸ ਨੂੰ ਸਿੰਪਲ ਤਰੀਕੇ ਨਾਲ ਆਪਾਂ ਡਰਾ ਕਰਦੇ ਹਾਂ। ਜਿਵੇਂ ਮੈਂ ਇੱਥੇ ਕਹਿ ਕਿ ਇੱਕ ਸ਼ੂਗਰ ਮੋਲੀਕਿਊਲ ਹੈ, ਇੱਧਰ ਨਾਈਟ੍ਰੋਜਨ ਬੇਸ ਲੱਗਿਆ, ਸਪੋਜ਼ ਐਡੀਨਿਨ, ਇੱਥੇ ਫਾਸਫੇਟ ਗਰੁੱਪ ਲੱਗਿਆ ਹੋਇਆ ਹੈ। ਇੱਕ ਨਿਊਕਲੀਓਟਾइड ਮੋਲੀਕਿਊਲ ਹੋ ਗਿਆ। ਫਿਰ ਮੇਰੇ ਕੋਲ ਦੂਸਰਾ ਆ ਗਿਆ ਸ਼ੂਗਰ ਹੈ, ਫਾਸਫੇਟ ਗਰੁੱਪ ਹੈ, ਤੇ ਸ਼ੂਗਰ ਫਾਸਫੇਟ ਦੇ ਨਾਲ ਬੇਟਾ ਜਿਹੜਾ ਹੈਗਾ ਤੀਸਰਾ ਜਿਹੜਾ ਹੈਗਾ ਕੋਈ ਵੀ ਨਾਈਟ੍ਰੋਜਨ ਬੇਸ ਜਿਹੜਾ ਹੈਗਾ ਉਹ ਲੱਗਿਆ ਹੋਇਆ। ਜੇ ਮੈਂ ਗੱਲ ਕਰਾਂ ਸ਼ੂਗਰ ਹੈ, ਫਾਸਫੇਟ ਹੈ, ਇੱਥੇ ਜਿਹੜਾ ਹੈਗਾ ਸਾਈਟੋਸਿਨ ਲੱਗੀ ਹੋਈ ਹੈ।
ਤਾਂ ਹੁਣ ਇੱਥੇ ਬੇਟਾ ਸ਼ੂਗਰ ਤੇ ਫਾਸਫੇਟ ਮੋਲੀਕਿਊਲ ਜਿਹੜਾ ਇੱਕ ਤਾਂ ਆਪਦਾ ਬੌਂਡ ਬਣਿਆ ਹੋਇਆ ਹੈ, ਦੂਸਰਾ ਕੀ ਹੋ ਸਕਦਾ ਹੈ ਕਿ ਇੱਕ ਨਿਊਕਲੀਓਟਾਈਡ ਦੇ ਸ਼ੂਗਰ ਮੋਲੀਕਿਊਲ ਦਾ ਦੂਸਰੇ ਨਿਊਕਲੀਓਟਾਈਡ ਦੇ ਫਾਸਫੇਟ ਗਰੁੱਪ ਦੇ ਨਾਲ ਬੌਂਡ ਬਣ ਸਕਦਾ ਹੈ। ਜੇ ਇੱਥੇ ਬੇਟਾ ਇਹ ਬੌਂਡਿੰਗ ਹੁੰਦੀ ਹੈ ਕਿ ਇੱਥੇ ਬੌਂਡ ਬਣ ਗਿਆ ਇੱਕ ਨਿਊਕਲੀਓਟਾਈਡ ਜਿਹੜਾ ਸੀ ਉਸ ਦਾ ਸ਼ੂਗਰ ਮੋਲੀਕਿਊਲ ਤੇ ਦੂਸਰੇ ਨਿਊਕਲੀਓਟਾਈਡ ਦਾ ਫਾਸਫੇਟ ਗਰੁੱਪ, ਇਹ ਆਪਸ ਦੇ ਵਿੱਚ ਕੰਬਾਈਨ ਕਰਦੇ ਹੈ, ਤਾਂ ਇੱਥੇ ਜਿਹੜਾ ਇਹ ਬੌਂਡ ਬਣਿਆ ਹੈ ਇਸ ਬੌਂਡ ਨੂੰ ਅਸੀਂ ਬੋਲਾਂਗੇ ਫਾਸਫੋਡਾਈਐਸਟਰ ਬੌਂਡ। ਇਹ ਫਾਸਫੋਡਾਈਐਸਟਰ ਬੌਂਡ ਕਿਉਂ ਹੈ? ਐਸਟਰ ਬੌਂਡ ਕਿਸ ਤਰੀਕੇ ਨਾਲ ਇਹ ਬਣ ਗਿਆ? ਕਿਉਂਕਿ ਬੇਟਾ ਜਿਹੜਾ ਸ਼ੂਗਰ ਮੋਲੀਕਿਊਲ ਹੈ, ਸ਼ੂਗਰ ਮੋਲੀਕਿਊਲ ਦਾ ਤੁਹਾਨੂੰ ਮੈਂ ਸਟਰਕਚਰ ਦੱਸਿਆ ਸੀ ਕਿ ਇਸ ਤਰੀਕੇ ਦਾ ਸਟਰਕਚਰ ਹੁੰਦਾ ਹੈ। ਇਹਦੇ 3 ਨੰਬਰ ਕਾਰਬਨ ਦੇ ਉੱਤੇ ਇੱਧਰ ਹਾਈਡਰੋਜਨ ਤੇ ਦੂਸਰੇ ਸਾਈਡ ਤੇ ਹਾਈਡਰੋਕਸਿਲ ਗਰੁੱਪ ਲੱਗਿਆ ਹੋਇਆ ਹੈ। ਤਾਂ ਇਹਦੇ ਇਹ 3 ਨੰਬਰ ਕਾਰਬਨ ਦਾ ਜਿਹੜਾ ਹਾਈਡਰੋਕਸਿਲ ਗਰੁੱਪ ਹੈ ਬੇਟਾ, ਇਹ ਫਾਸਫੇਟ ਗਰੁੱਪ ਦੇ ਨਾਲ ਬੌਂਡ ਬਣਾ ਲੈਂਦਾ, ਐਸਟਰ ਬੌਂਡ ਬਣਾ ਲੈਂਦਾ, ਤੇ ਉਸੇ ਨੂੰ ਅਸੀਂ ਫਾਸਫੋਡਾਈਐਸਟਰ ਬੌਂਡ ਕਹਿ ਦਿੰਦੇ ਹਾਂ। ਤੇ ਜਿਹੜਾ ਲੱਗਿਆ ਹੋਇਆ ਬੇਟਾ ਫਾਸਫੇਟ ਗਰੁੱਪ, ਉਹ ਫਾਸਫੇਟ ਗਰੁੱਪ ਜਿਹੜਾ ਇਸੇ ਦੀ ਜਿਹੜੀ 5 ਨੰਬਰ ਕਾਰਬਨ ਹੈ ਇਸ 5 ਨੰਬਰ ਕਾਰਬਨ ਦੇ ਉੱਤੇ ਲੱਗਿਆ ਹੋਇਆ ਹੁੰਦਾ ਹੈ। ਸੋ ਇਹ ਤਾਂ ਇਹਦਾ ਆਪਦਾ ਫਾਸਫੇਟ ਗਰੁੱਪ ਆ ਗਿਆ 5 ਨੰਬਰ ਕਾਰਬਨ ਤੇ ਲੱਗਿਆ ਹੋਇਆ। ਇਹ 3 ਨੰਬਰ ਕਾਰਬਨ ਤੇ ਇਹ ਦੂਸਰੇ ਨਿਊਕਲੀਓਟਾਈਡ ਦੇ ਫਾਸਫੇਟ ਗਰੁੱਪ ਨਾਲ ਕੰਬਾਈਨ ਕਰ ਜੂਗਾ। ਮਤਲਬ ਇੱਕ ਸ਼ੂਗਰ ਮੋਲੀਕਿਊਲ ਦੋ ਸਾਈਡ ਤੇ ਫਾਸਫੇਟ ਗਰੁੱਪ ਨਾਲ ਲੱਗੂਗਾ, ਇੱਕ ਸਾਈਡ ਤੇ 5 ਨੰਬਰ ਕਾਰਬਨ ਦੇ ਥਰੂ ਤੇ ਦੂਸਰੀ ਦੇ ਉੱਤੇ 3 ਨੰਬਰ ਕਾਰਬਨ ਦੇ ਥਰੂ। 5 ਨੰਬਰ ਦੇ ਉੱਤੇ ਇਹਦਾ ਆਪਦਾ ਫਾਸਫੇਟ ਗਰੁੱਪ ਹੋਊਗਾ ਤੇ 3 ਨੰਬਰ ਤੇ ਇਹ ਦੂਸਰੇ ਫਾਸਫੇਟ ਗਰੁੱਪ ਨਾਲ ਕੰਬਾਈਨ ਕਰੂਗਾ। ਤਾਂ ਇਸ ਤਰੀਕੇ ਨਾਲ ਬੇਟਾ ਮੈਂ ਸਟਰਕਚਰ ਨੂੰ ਜਿਹੜਾ ਹੈਗਾ ਜੇ ਇੱਥੇ ਡਰਾ ਕਰਾਂ ਤਾਂ ਮੈਂ ਕਹਿ ਰਿਹਾ ਕਿ ਇੱਕ ਸ਼ੂਗਰ ਮੋਲੀਕਿਊਲ ਹੈ, ਨਾਲ ਇਸ ਦੇ ਨਾਈਟ੍ਰੋਜਨ ਬੇਸ ਐਡੀਨਿਨ ਲੱਗਿਆ ਹੋਇਆ ਹੈ, ਨਾਲ ਫਾਸਫੇਟ। ਸ਼ੂਗਰ ਮੋਲੀਕਿਊਲ ਹੈ, ਇਹਦੇ ਨਾਲ ਕੋਈ ਵੀ ਮੰਨ ਲਓ ਥਾਇਮੀਨ ਲੱਗੀ ਹੋਈ ਹੈ ਤੇ ਇੱਧਰ ਇਹਦੀ ਫਾਸਫੇਟ ਗਰੁੱਪ। ਸ਼ੂਗਰ ਮੋਲੀਕਿਊਲ ਹੈ, ਨਾਲ ਇਹਦੇ ਸਪੋਜ਼ ਗੋਨਿਨ ਲੱਗੀ ਹੋਈ ਹੈ ਤੇ ਇੱਧਰ ਇਹਦਾ ਫਾਸਫੇਟ ਗਰੁੱਪ। ਤਾਂ ਇਹ 3 ਨਿਊਕਲੀਓਟਾਈਡਸ ਹੋ ਗਏ। ਇਹਨਾਂ ਤਿੰਨੋਂ ਨਿਊਕਲੀਓਟਾਈਡਸ ਦੇ ਵਿਚਕਾਰ ਜੇ ਇੱਥੇ ਬੌਂਡ ਬਣ ਜਾਂਦੇ ਨੇ ਤਾਂ ਇਹ ਬੌਂਡ ਜਿਹੜੇ ਫਾਸਫੋਡਾਈਐਸਟਰ ਬੌਂਡ ਹੈ, ਫਾਸਫੋਡਾਈਐਸਟਰ ਬੌਂਡ ਦੇ ਨਾਲ ਤਿੰਨੋਂ ਨਿਊਕਲੀਓਟਾਈਡ ਆਪਸ ਦੇ ਵਿੱਚ ਕੰਬਾਈਨ ਕਰ ਗਏ। ਇਸ ਤਰੀਕੇ ਨਾਲ ਲਾਰਜ ਨੰਬਰ ਆਫ ਨਿਊਕਲੀਓਟਾਈਡਸ ਜਦੋਂ ਆਪਸ ਦੇ ਵਿੱਚ ਕੰਬਾਈਨ ਕਰ ਜਾਣਗੇ ਤਾਂ ਪੋਲੀ ਨਿਊਕਲੀਓਟਾਈਡ ਬਣ ਜਾਊਗਾ। ਤਾਂ ਹੁਣ ਇਸ ਦੇ ਵਿੱਚ ਡਾਇਰੈਕਸ਼ਨਲ ਪ੍ਰੋਪਰਟੀਜ਼ ਆ ਗਈਆਂ। ਕਿਸ ਤਰੀਕੇ ਨਾਲ? ਕਿਉਂਕਿ ਸ਼ੂਗਰ ਦੇ ਮੈਂ ਤੁਹਾਨੂੰ ਦੱਸਿਆ ਬੇਟਾ ਕਿ ਇਹ ਫਾਸਫੇਟ ਗਰੁੱਪ ਜਿਹੜਾ ਹੈਗਾ 5 ਨੰਬਰ ਕਾਰਬਨ ਤੇ ਲੱਗਿਆ, ਸੋ ਮੈਂ ਇਸ ਨੂੰ 5' ਐਂਡ ਬੋਲ ਸਕਦਾ। ਇਹ ਸ਼ੂਗਰ ਮੋਲੀਕਿਊਲ ਆਪਣੇ 3' ਐਂਡ ਤੋਂ ਦੂਸਰੇ ਨਾਲ ਜਾ ਕੇ ਕੰਬਾਈਨ ਕਰੂਗਾ, ਸੋ ਇਸ ਦਾ 3 ਵਾਲਾ ਐਂਡ ਹੋ ਗਿਆ। ਇਹਦਾ ਮਤਲਬ ਪੋਲੀ ਨਿਊਕਲੀਓਟਾਈਡ ਜਿਹੜਾ ਹੈਗਾ ਇਹਦੀਆਂ ਮੈਂ ਕੁਝ ਕੁ ਪ੍ਰੋਪਰਟੀਜ਼ ਦੱਸਾਂ ਕਿ ਇੱਕ ਤਾਂ ਮੇਰੇ ਕੋਲੇ ਸ਼ੂਗਰ ਫਾਸਫੇਟ ਬੈਕਬੋਨ ਆ ਗਈ, ਸ਼ੂਗਰ ਫਾਸਫੇਟ ਸ਼ੂਗਰ ਫਾਸਫੇਟ ਸ਼ੂਗਰ ਫਾਸਫੇਟ ਸ਼ੂਗਰ ਫਾਸਫੇਟ ਬੈਕਬੋਨ ਆ ਗਈ। ਤੇ ਦੂਸਰਾ ਕੀ ਆ ਗਿਆ, ਇੱਕ ਸਾਈਡ 5 ਐਂਡ ਆ ਗਿਆ ਤੇ ਦੂਸਰਾ ਕੀ ਆ ਗਿਆ 3 ਐਂਡ ਆ ਗਿਆ, ਇਹ ਆ ਗਿਆ। ਤੇ ਨਾਲ ਜਿਹੜੇ ਹੈਗੇ ਨੇ ਆਪਣੇ ਕੋਲੇ ਕੀ ਬਣ ਗਏ ਬੇਟਾ, ਇਹ ਨਾਈਟ੍ਰੋਜਨ ਬੇਸਿਸ ਜਿਹੜੇ ਹੈਗੇ ਨੇ ਇਹ ਬਾਹਰ ਵੱਲ ਨੂੰ ਵਧੇ ਹੋਏ ਹੈਗੇ ਆ। ਤਾਂ ਇਹ ਬੇਟਾ ਆਪਣੇ ਕੋਲੇ ਜਿਹੜਾ ਮੋਲੀਕਿਊਲ ਹੈ, ਇਸ ਮੋਲੀਕਿਊਲ ਨੂੰ ਮੈਂ ਕਹੂੰਗਾ ਬੇਟਾ ਕਿ ਇਹ ਸਾਡਾ ਪੋਲੀ ਨਿਊਕਲੀਓਟਾਈਡ ਹੈ। ਹੁਣ ਇਸ ਪੋਲੀ ਨਿਊਕਲੀਓਟਾਈਡ ਨੂੰ ਮੈਂ ਡੀਆਕਸੀ ਪੋਲੀ ਨਿਊਕਲੀਓਟਾਈਡ ਕਹਾਂ ਜਾਂ ਪੋਲੀ ਰਾਈਬੋ ਨਿਊਕਲੀਓਟਾਈਡ ਕਹਾਂ, ਮਤਲਬ ਕਿ DNA ਕਹਾਂ ਜਾਂ RNA ਕਹਾਂ, ਉਹ ਜਾਂ ਤਾਂ ਸ਼ੂਗਰ ਤੋਂ ਪਤਾ ਲੱਗੂ ਤੇ ਜਾਂ ਉਹਦਾ ਇੱਕ ਤਰੀਕਾ ਹੋਰ ਹੈ ਕਿ ਉਸ ਨੂੰ ਆਪਾਂ ਨਾਈਟ੍ਰੋਜਨ ਬੇਸਿਸ ਤੋਂ ਵੇਖ ਲਈਏ। ਇੱਥੇ ਥਾਇਮੀਨ ਲੱਗੀ ਹੋਈ ਹੈ, ਇਹਦਾ ਮਤਲਬ ਡੈਫੀਨੇਟ ਜੀ ਗੱਲ ਹੈ ਕਿ ਇਹ ਡੀਆਕਸੀ ਰਾਈਬੋਸ ਸ਼ੂਗਰ ਦੀ ਗੱਲ ਕੀਤੀ ਹੋਣੀ ਹੈ। ਤਾਂ ਇਸ ਤਰੀਕੇ ਨਾਲ ਬੇਟਾ ਸ਼ੂਗਰ ਫਾਸਫੇਟ ਬੈਕਬੋਨ ਤੇ ਨਾਲ ਲੱਗੇ ਹੋਏ ਨੇ ਨਾਈਟ੍ਰੋਜਨ ਬੇਸ। ਇਹ ਆਪਣੇ ਕੋਲ ਇੱਕ ਸਿੰਗਲ ਸਟੈਂਡਰਡ ਸਟਰਕਚਰ ਬਣ ਗਏ, ਇੱਕ ਚੇਨ ਬਣ ਗਈ। ਹੁਣ ਇਹੀ ਚੇਨ DNA 'ਚ ਜਾ ਕੇ ਡਬਲ ਕਿਵੇਂ ਹੁੰਦੀ ਹੈ, DNA ਡਬਲ ਸਟੈਂਡਰਡ ਕਿਵੇਂ ਬਣਦਾ ਹੈ, ਉਸ ਚੀਜ਼ ਨੂੰ ਆਪਾਂ ਸਮਝਣਾ। ਤਾਂ DNA ਦੇ ਵਿੱਚ ਹੁੰਦਾ ਕੀ ਹੈ, ਸ਼ੂਗਰ ਹੈ, ਇਹ ਸਮਝੋ ਇਸ ਨੂੰ, ਫਾਸਫੇਟ ਹੈ, ਇੱਥੇ ਇਹਦਾ ਐਡੀਨਿਨ ਲੱਗਿਆ ਹੋਇਆ ਹੈ, ਸ਼ੂਗਰ ਹੈ, ਇੱਥੇ ਇਹਦਾ ਥਾਇਮੀਨ ਲੱਗਿਆ ਹੋਇਆ, ਫਾਸਫੇਟ ਹੈ, ਸ਼ੂਗਰ ਹੈ, ਫਾਸਫੇਟ ਹੈ, ਇੱਥੇ ਇਹਦਾ ਗੋਨਿਨ ਲੱਗਿਆ ਹੋਇਆ ਹੈ। ਤਾਂ ਇੱਧਰ ਜਿਹੜਾ ਹੈਗਾ ਦੂਸਰਾ ਆ ਗਿਆ, ਇਹ ਇੱਧਰ ਸ਼ੂਗਰ ਹੈ, ਇੱਧਰ ਇਹਦਾ ਫਾਸਫੇਟ ਗਰੁੱਪ ਹੈ, ਇੱਧਰ ਇਹਦੀ ਸਾਈਟੋਸਿਨ ਲੱਗੀ ਹੋਈ ਹੈ, ਸ਼ੂਗਰ ਹੈ, ਇਹਦਾ ਫਾਸਫੇਟ ਗਰੁੱਪ ਆ ਗਿਆ ਤੇ ਇੱਧਰ ਇਹਦੀ ਐਡੀਨਿਨ ਲੱਗੀ ਹੋਈ ਹੈ, ਸ਼ੂਗਰ ਹੈ, ਅੱਗੇ ਇਹਦਾ ਫਾਸਫੇਟ ਗਰੁੱਪ ਆ ਗਿਆ ਤੇ ਇੱਧਰ ਇਹਦਾ ਲੱਗਿਆ ਹੋਇਆ ਹੈ ਥਾਇਮੀਨ। ਤਾਂ ਹੁਣ ਪਹਿਲਾਂ ਉੱਪਰ ਵਾਲੀ ਚੇਨ ਨੂੰ ਮੈਂ ਕੰਪਲੀਟ ਕਰ ਰਿਹਾ। ਇਹ ਸ਼ੂਗਰ ਫਾਸਫੇਟ ਬੌਂਡ ਬਣ ਗਿਆ। ਇਹਦਾ ਇਹ ਐਂਡ ਕਿਹੜਾ ਹੋ ਗਿਆ 5, ਇਹਦਾ ਕੀ ਹੋ ਗਿਆ ਇਹ 3, ਇਹਦਾ 5 ਮੈਂ ਕਿਉਂ ਕਿਹਾ ਕਿਉਂਕਿ ਫਾਸਫੇਟ ਗਰੁੱਪ ਆਪਣਾ ਸੀ। ਹੁਣ ਇਸੇ ਤਰੀਕੇ ਨਾਲ ਹੀ ਨੀਚੇ ਵੀ ਬੌਂਡ ਬਣ ਗਏ, ਬਟ ਇੱਥੇ ਬੇਟਾ ਇਹ ਐਂਡ ਨੂੰ ਮੈਂ 3 ਕਹੂੰਗਾ ਕਿਉਂਕਿ ਇਹਦਾ ਜਿਹੜਾ ਫਾਸਫੇਟ ਗਰੁੱਪ 5 ਵਾਲਾ ਦੂਸਰੇ ਪਾਸੇ ਪਿਆ, ਇਹ ਕਿਹੜਾ ਆ ਗਿਆ 5।
मतलब कि मैं 2 ਸਟ੍ਰੈਂਡਸ ਲੈ ਲਏ ਤੇ ਦੋਨਾਂ ਦੀਆਂ ਡਾਇਰੈਕਸ਼ਨਸ ਮੈਂ ਓਪੋਜ਼ਿਟ ਲਈਆਂ ਨੇ। ਇਹਨੂੰ ਮੈਂ ਇੱਕ ਸਾਈਡ ਤੇ ਛੋਟਾ ਜਿਹਾ ਇਹਦਾ ਸਟਰਕਚਰ ਜਿਹੜਾ ਹੈਗਾ ਨਾਲ ਬਣਾ ਰਹੇ ਹਾਂ। ਮਤਲਬ ਕਿ ਇੱਕ ਚੇਨ ਮੈਂ ਇਹ ਲੈ ਲਈ ਜਿਹੜੀ 3 to 5 ਸੀ, ਇੱਕ ਮੈਂ ਇਹ ਲੈ ਲਈ ਜਿਹੜੀ 5 to 3 ਹੈ, ਓਪੋਜ਼ਿਟ ਡਾਇਰੈਕਸ਼ਨਸ ਦੇ ਵਿੱਚ ਹੈਗੇ ਨੇ। ਤਾਂ ਨਾਈਟ੍ਰੋਜਨ ਬੇਸਿਸ ਇੱਕ ਦੂਜੇ ਦੇ ਸਾਹਮਣੇ ਮੈਂ ਇਸ ਤਰੀਕੇ ਨਾਲ ਲੈ ਕੇ ਆਇਆ ਕਿ ਐਡੀਨਿਨ ਦੇ ਸਾਹਮਣੇ ਮੈਂ ਥਾਇਮੀਨ ਲੈ ਕੇ ਆਇਆ। ਐਡੀਨਿਨ ਤੇ ਥਾਇਮੀਨ ਦਾ ਡਬਲ ਹਾਈਡਰੋਜਨ ਬੌਂਡ ਬਣ ਜਾਂਦਾ ਹੈ, ਥਾਇਮੀਨ ਐਡੀਨਿਨ ਦਾ ਡਬਲ ਹਾਈਡਰੋਜਨ ਬੌਂਡ ਬਣ ਜਾਂਦਾ, ਗੁਆਨਿਨ ਸਾਈਟੋਸਿਨ ਦਾ ਟ੍ਰਿਪਲ ਹਾਈਡਰੋਜਨ ਬੌਂਡ ਬਣ ਜਾਂਦਾ ਹੈ। ਇਹ ਅਸਲ 'ਚ ਹੁੰਦਾ ਕੀ ਹੈ, ਇਹ ਵੀ ਫਿਕਸ ਹੈ। ਮਤਲਬ ਕਿ ਇੱਕ ਪੁਰਾਇਨ ਪ੍ਰੀਮੀਡੀਨ ਨਾਲ ਕੰਬਾਈਨ ਕਰਦਾ, ਕਿਹੜਾ ਕਿਹਦੇ ਨਾਲ ਕੰਬਾਈਨ ਕਰਦਾ ਉਹ ਮੈਂ ਤੁਹਾਨੂੰ ਹੁਣੇ ਐਕਸਪਲੇਨ ਕਰ ਦਿੰਦਾ। ਬਟ ਇਹਦੇ ਨਾਲ ਹੋਇਆ ਕੀ, ਇਹ ਜਿਹੜੀ ਆਪਣੇ ਕੋਲੇ ਚੇਨ ਸੀ, 2 ਚੇਨ ਸੀ, ਇਹਨਾਂ ਦੇ ਵਿਚਕਾਰ ਇਸ ਤਰੀਕੇ ਨਾਲ ਹਾਈਡਰੋਜਨ ਬੌਂਡਸ ਜਦੋਂ ਬਣ ਗਏ ਤਾਂ ਇੱਕ ਲੈਡਰ ਲਾਈਕ ਸਟਰਕਚਰ ਬਣ ਗਿਆ ਨਾ, ਪੌਡੀਨੋਮਾ ਸਟਰਕਚਰ ਬਣ ਗਿਆ ਨਾ। ਜਿਹੜਾ ਇਹ ਲੈਡਰ ਲਾਈਕ ਪੌਡੀਨੋਮਾ ਸਟਰਕਚਰ ਬਣ ਗਿਆ, ਇਹੀ DNA ਦਾ ਸਟਰਕਚਰ ਹੈ। ਸੋ DNA ਦੇ ਸਟਰਕਚਰ ਨੂੰ ਬੇਟਾ ਮੈਂ ਇਸ ਤਰੀਕੇ ਨਾਲ ਐਕਸਪਲੇਨ ਕਰ ਸਕਦਾ ਕਿ ਡਬਲ ਸਟੈਂਡਰਡ ਮੋਲੀਕਿਊਲ ਹੈ ਜਿਹਦੇ ਦੋਨੋਂ ਸਟ੍ਰੈਂਡਸ ਜਿਹੜੇ ਹੈਗੇ ਨੇ ਓਪੋਜ਼ਿਟ ਡਾਇਰੈਕਸ਼ਨਸ ਦੇ ਵਿੱਚ ਹੈਗੇ ਨੇ। ਅਸੀਂ ਇਸ ਨੂੰ ਕਹਿ ਸਕਦੇ ਹਾਂ ਕਿ ਦੀਜ਼ ਆਰ ਇਨ ਐਂਟੀ ਪੈਰਲਲ ਡਾਇਰੈਕਸ਼ਨਸ, ਮਤਲਬ ਕਿ ਇੱਕ 5 to 3 ਹੈ ਤੇ ਇੱਕ 3 to 5 ਡੈਸ਼ ਹੈਗਾ। ਤੇ ਦੂਸਰਾ ਬੇਟਾ ਇਹਨਾਂ ਦੇ ਵਿੱਚ ਜਿਹੜੇ ਹੈਗੇ ਨੇ ਹਾਈਡਰੋਜਨ ਬੌਂਡਸ ਦੇ ਥਰੂ ਨਾਈਟ੍ਰੋਜਨ ਬੇਸਿਸ ਆਪਸ ਦੇ ਵਿੱਚ ਕੰਬਾਈਨ ਹੋ ਜਾਂਦੇ ਨੇ। ਤਾਂ ਨਾਈਟ੍ਰੋਜਨ ਬੇਸਿਸ ਕਿਹੜੇ ਕਿਹੜੇ ਹੈ, ਕਿਹੜੇ ਕਿਹੜੇ ਹਾਈਡਰੋਜਨ ਬੌਂਡਸ ਬਣਦੇ ਹੈ ਉਸ ਦੇ ਵਿੱਚ ਬੇਟਾ, ਤਾਂ ਇੱਕ ਨਾਈਟ੍ਰੋਜਨ ਬੇਸ ਜਿਹੜਾ ਹੈਗਾ ਉਹ ਹੈ ਪਿਊਰਾਈਨ, ਦੂਸਰੇ ਸਾਈਡ ਤੇ ਜਿਹੜਾ ਲੱਗਿਆ ਹੋਇਆ ਉਹ ਕੀ ਹੈ, ਪ੍ਰੀਮੀਡੀਨ। ਹੁਣ ਪੁਰਾਈਨਸ 2 ਤਰ੍ਹਾਂ ਦੇ ਨੇ, ਐਡੀਨਿਨ ਐਂਡ ਗੁਆਨਿਨ। ਪ੍ਰੀਮੀਡੀਨਸ ਜਿਹੜੇ ਹੈਗੇ ਨੇ ਉਹ ਹੈਗੇ ਨੇ ਆਪਣੇ ਕੋਲ ਸਾਈਟੋਸਿਨ ਐਂਡ ਥਾਇਮਿਨ। ਯੂਰਾਸਿਲ ਨਹੀਂ ਆਊਗਾ ਕਿਉਂਕਿ DNA ਦੀ ਗੱਲ ਕਰ ਰਹੇ ਹਾਂ। ਇੱਕ ਪੁਰਾਈਨ ਇੱਕ ਪ੍ਰੀਮੀਡੀਨ ਨਾਲ ਕੰਬਾਈਨ ਕਰੂਗਾ, ਬਟ ਉਹਦੇ ਵਿੱਚ ਵੀ ਸਪੈਸੀਫਿਸਿਟੀ ਹੈ ਕਿ ਐਡੀਨਿਨ ਥਾਇਮਿਨ ਨਾਲ ਹੀ ਕੰਬਾਈਨ ਕਰੂਗਾ ਤੇ ਗੁਆਨਿਨ ਸਾਈਟੋਸਿਨ ਨਾਲ ਹੀ ਕੰਬਾਈਨ ਕਰੂਗਾ। ਐਡੀਨਿਨ ਥਾਇਮਿਨ ਨਾਲ ਕੰਬਾਈਨ ਕਰਦਾ ਥਰੂ ਡਬਲ ਬੌਂਡ, ਗੁਆਨਿਨ ਸਾਈਟੋਸਿਨ ਨਾਲ ਕੰਬਾਈਨ ਕਰਦਾ ਥਰੂ ਟ੍ਰਿਪਲ ਬੌਂਡ। ਤਾਂ ਇਸ ਤਰੀਕੇ ਦੀ ਇਹਨਾਂ ਦੀ ਬੌਂਡਿੰਗ ਹੁੰਦੀ ਹੈ। ਸੋ ਓਵਰਆਲ DNA ਦਾ ਸਟਰਕਚਰ ਬਣ ਗਿਆ ਜੀ ਇਹ ਹੈ 5 to 3, ਇਹ ਹੈ ਬੇਟਾ 5 to 3 ਓਪੋਜ਼ਿਟ। ਇੱਥੇ ਇਹਨਾਂ ਦੇ ਵਿਚਕਾਰ ਇਹ ਨਾਈਟ੍ਰੋਜਨ ਬੇਸਿਸ ਲੱਗੇ ਹੋਏ ਨੇ ਐਂਡ ਦਿਸ ਇਜ਼ ਆ ਲੈਡਰ ਲਾਈਕ ਸਟਰਕਚਰ। ਇਸ ਲੈਡਰ ਲਾਈਕ ਸਟਰਕਚਰ ਦੇ ਵਿੱਚ ਬੇਟਾ ਜਿਹੜੀ ਪਿੱਛੇ ਹੈਗੀ ਆਪਣੇ ਕੋਲੇ, ਦਿਸ ਇਜ਼ ਸ਼ੂਗਰ ਫਾਸਫੇਟ ਬੈਕਬੋਨ, ਦਿਸ ਇਜ਼ ਸ਼ੂਗਰ ਫਾਸਫੇਟ ਬੈਕਬੋਨ ਐਂਡ ਦੀਜ਼ ਆਰ ਨਾਈਟ੍ਰੋਜਨ ਬੇਸਿਸ। ਤਾਂ ਹੁਣ ਇਹ ਦੋਨੋਂ ਸਟ੍ਰੈਂਡਸ ਜਿਹੜੇ ਹੈਗੇ ਨੇ ਇਹ ਇੱਕ ਦੂਜੇ ਦੇ ਕੰਪਲੀਮੈਂਟਰੀ ਸਟ੍ਰੈਂਡਸ ਵੀ ਹੁੰਦੇ ਹੈ। ਕੰਪਲੀਮੈਂਟਰੀ ਸਟ੍ਰੈਂਡਸ ਕਿਵੇਂ, ਮੰਨ ਲਓ ਮੈਂ ਇੱਧਰ ਗੱਲ ਕਰਾਂ ਕਿ ਇਹ 5 to 3 ਵਾਲਾ ਹੈਗਾ ਐਂਡ ਇਹਦੇ ਨਾਲ ਲੱਗੀ ਹੋਈ ਹੈ ਐਡੀਨਿਨ, ਗੁਆਨਿਨ, ਸਾਈਟੋਸਿਨ, ਥਾਇਮੀਨ। ਤਾਂ ਦੂਜੇ ਦੇ ਆਪਣੇ ਆਪ ਹੀ ਪਤਾ ਲੱਗ ਜਾਣਗੇ। ਇਹਦੇ ਕਿਵੇਂ ਪਤਾ ਲੱਗ ਜਾਣਗੇ, ਐਡੀਨਿਨ ਹੈ ਤਾਂ ਥਾਇਮੀਨ ਹੋ, ਗੁਆਨਿਨ ਦੇ ਸਾਹਮਣੇ ਸਾਈਟੋਸਿਨ ਹੋ, ਸਾਈਟੋਸਿਨ ਦੇ ਸਾਹਮਣੇ ਗੁਆਨਿਨ, ਥਾਇਮੀਨ ਦੇ ਸਾਹਮਣੇ ਐਡੀਨਿਨ। ਸੋ ਕੰਪਲੀਮੈਂਟਰੀ ਹੋ ਗਏ ਨਾ, ਡਬਲ ਬੌਂਡ, ਟ੍ਰਿਪਲ ਬੌਂਡ, ਡਬਲ ਬੌਂਡ, ਟ੍ਰਿਪਲ ਬੌਂਡ, ਡਬਲ ਬੌਂਡ। ਸੋ ਇਸ ਤਰੀਕੇ ਨਾਲ ਬੇਟਾ 2 ਸਟ੍ਰੈਂਡਸ ਜਿਹੜੇ ਹੈਗੇ ਨੇ ਉਹ DNA ਦੇ ਇੱਕ ਦੂਜੇ ਨਾਲ ਕੰਬਾਈਨ ਕਰਦੇ ਆ। ਤਾਂ ਆਪਣੇ ਕੋਲੇ ਅੱਗੇ ਜਾ ਕੇ ਤੁਹਾਡੀ ਬੁੱਕ ਦੇ ਵਿੱਚ ਐਕਸਪਲੇਨ ਕੀਤਾ ਹੋਇਆ ਹੈ। ਇਸ ਦਾ ਮੈਂ ਥੋੜ੍ਹਾ ਜਿਹਾ ਇੱਥੇ ਦੱਸੂਗਾ। ਵਾਟਸਨ ਐਂਡ ਕ੍ਰਿਕ ਨੇ ਜਿਹੜਾ ਇਹਦਾ ਮਾਡਲ ਐਕਸਪਲੇਨ ਕੀਤਾ ਹੈ ਉਹ ਕੀ ਹੈ, ਇਹ ਮੇਨਲੀ +2 ਜ਼ਿਆਦਾ ਡਿਟੇਲ 'ਚ ਆਊਗਾ। ਸੋ ਮੰਨ ਲਓ DNA ਇੱਕ ਆਹ ਪੌੜੀਨੁਮਾ ਸਟਰਕਚਰ ਹੈ, ਲੈਡਰ ਲਾਈਕ ਸਟਰਕਚਰ ਹੈ। ਤਾਂ ਹੁਣ ਤੁਸੀਂ ਕਰਨਾ ਕੀ ਹੈ, ਇਸ ਲੈਡਰ ਦੇ ਜੀ ਆ ਦੋਨੋਂ ਐਂਡ ਉੱਪਰਲੇ ਤੁਸੀਂ ਫੜ ਲਓ ਆਪਦੇ ਹੱਥ 'ਚ, ਤੇ ਆਹ ਜਿਹੜੇ ਦੋਨੇ ਨੀਚੇ ਵਾਲੇ ਐਂਡ ਨੇ ਇੱਥੋਂ ਇਹਨੂੰ ਫੜ ਕੇ ਕਲੌਕਵਾਈਜ਼ ਜਿਹੜੀ ਹੈਗੀ ਆ ਬੇਟਾ ਉਹ ਰੋਟੇਟ ਕਰ ਦਿਓ। ਜਦੋਂ ਤੁਸੀਂ ਰੋਟੇਟ ਕਰੋਗੇ, ਹੁਣ ਉੱਪਰਲੇ ਐਂਡ ਦਾ ਮੈਂ ਫਿਕਸ ਕਰ ਲਏ, ਫੜ ਲਏ, ਜਦੋਂ ਫੜ ਲਏ ਤਾਂ ਇਹਨੂੰ ਜਦੋਂ ਕਲੌਕਵਾਈਜ਼ ਮੈਂ ਰੋਟੇਟ ਕਰੂੰਗਾ ਤਾਂ ਇਹ ਬੇਟਾ ਜਿਹੜੀ ਹੈਗੀ ਇਸ ਤਰੀਕੇ ਦਾ ਇਹਦਾ ਸਟਰਕਚਰ ਜਿਹੜਾ ਹੈਗਾ ਉਹ ਬਣ ਜੂਗਾ। ਤਾਂ ਇਹ ਹੈਲੀਕਲ ਕੁਆਇਲਡ ਸਟਰਕਚਰ ਜਿਹੜਾ ਹੈਗਾ ਇਸ ਦਾ ਬਣ ਜੂਗਾ। ਇਹ ਜਿਹੜਾ ਹੈਲੀਕਲ ਕੁਆਇਲਡ ਸਟਰਕਚਰ ਹੈਗਾ ਬੇਟਾ, ਇਹ DNA ਦਾ ਸਟਰਕਚਰ ਤੁਸੀਂ ਇਸ ਤਰੀਕੇ ਨਾਲ ਬਹੁਤ ਥਾਵਾਂ ਦੇ ਉੱਤੇ ਦੇਖਿਆ ਹੋਊਗਾ ਬਣਿਆ ਹੋਇਆ। ਉਹ ਕਿਵੇਂ ਬਣਦਾ ਹੈ, ਉਹ ਇਸ ਤਰੀਕੇ ਨਾਲ ਹੀ ਬਣਦਾ ਹੈ ਕਿ ਇਹਦੇ 'ਚ ਇਹ 5 to 3 ਵਾਲਾ ਇੱਕ ਐਂਡ ਹੈ ਤੇ ਇਹ ਜਿਹੜਾ ਹੈਗਾ 3 to 5 ਵਾਲਾ ਦੂਸਰਾ ਹੈਗਾ। ਵਿਚਕਾਰ ਇਹਨਾਂ ਦੇ ਲੱਗੇ ਹੋਏ ਨੇ ਬੌਂਡਸ ਬਣੇ ਹੋਏ ਨੇ ਨਾਈਟ੍ਰੋਜਨ ਬੇਸਿਸ ਦੇ। ਸੋ ਦਿਸ ਇਜ਼ ਦਾ ਸਟਰਕਚਰ ਆਫ DNA, ਜਿਹਨੂੰ ਮੈਂ ਹੁਣੇ ਤੁਹਾਨੂੰ ਜਿਹੜਾ ਹੈਗਾ ਐਕਸਪਲੇਨ ਕਰਨ ਵਾਲਾ ਹੈ। ਉਹ ਆਪਣੀ ਗੱਲ ਮੈਂ ਇੱਥੇ ਛੱਡ ਕੇ ਗਿਆ ਸੀ ਉਹ ਸਭ ਐਕਸਪਲੇਨ ਕਰਨ ਤੋਂ ਪਹਿਲਾਂ। ਹੁਣ ਇਹ ਡਾਇਗਰਾਮਸ ਤੁਹਾਨੂੰ ਸਮਝ ਲੱਗ ਜਾਣਗੀਆਂ। ਦੇਖੋ ਕਿਵੇਂ ਸ਼ੂਗਰ ਫਾਸਫੇਟ ਬੈਕਬੋਨ, ਡਾਇਰੈਕਸ਼ਨ ਇਜ਼ 5 to 3 ਐਂਡ ਦਿਸ ਇਜ਼ 3 to 5, ਸ਼ੂਗਰ ਫਾਸਫੇਟ ਬੈਕਬੋਨ, ਤੇ ਵਿਚਕਾਰ ਇਹ ਜਿਹੜੇ ਹੈਗੇ ਨੇ ਨਾਈਟ੍ਰੋਜਨ ਬੇਸਿਸ ਇੱਕ ਦੂਜੇ ਨਾਲ ਕੰਬਾਈਨ ਕੀਤੇ ਹੋਏ ਹੈ। ਤੇ ਜਿਹੜਾ ਹੈਗਾ ਇਸ ਦਾ ਹੈਲੀਕਲ ਕੁਆਇਲਡ ਜਿਹੜਾ ਹੈਗਾ ਸਟਰਕਚਰ ਆ ਗਿਆ।
So DNA consists of two polynucleotide strands which are arranged anti-parallelly as a double helix। ਤਾਂ ਹੁਣ ਜਿਹੜਾ ਹੈਗਾ ਇਸ ਨੂੰ ਹੋਰ ਐਕਸਪਲੇਨ ਕੀਤਾ ਹੋਇਆ ਹੈ ਕਿ ਨਿਊਕਲੀਓਟਾਈਡ ਦੇ ਵਿੱਚ ਕੀ ਕੁਛ ਹੁੰਦਾ ਹੈ, ਨਾਈਟ੍ਰੋਜਨ ਬੇਸ ਹੈ, ਡੀਆਕਸੀਰਾਈਬੋਜ਼ ਸ਼ੂਗਰ ਹੈ, ਫਾਸਫੇਟ ਗਰੁੱਪ ਹੈ, ਕਿਵੇਂ ਇਹ ਇੱਕ ਦੂਜੇ ਨਾਲ ਕੰਬਾਈਨ ਕਰਦੇ ਆ। ਬਟ ਅਸੀਂ ਸਟਰਕਚਰ ਸਾਰਾ ਹੁਣੇ ਐਕਸਪਲੇਨ ਕੀਤਾ ਹੈ। ਸੋ ਮੈਂ ਉਮੀਦ ਕਰਦਾ ਕਿ ਤੁਹਾਨੂੰ ਬਿਲਕੁਲ ਸਮਝ ਲੱਗਿਆ ਹੋਊਗਾ। ਬੈਕਬੋਨ ਕਾਹਦੀ ਬਣੀ ਹੋਈ ਹੈ, ਸ਼ੂਗਰ ਫਾਸਫੇਟ ਬੈਕਬੋਨ ਹੈ। ਤੇ ਸਟੈਪਸ ਕਾਹਦੇ ਬਣੇ ਹੋਏ ਨੇ ਪੌੜੀ ਦੇ, ਨਾਈਟ੍ਰੋਜਨ ਬੇਸਿਸ ਦੇ ਨੇ। ਨਾਈਟ੍ਰੋਜਨ ਬੇਸ ਕਿਹੜੇ ਕਿਹੜੇ ਹੈ, ਐਡੀਨਿਨ, ਗੁਆਨਿਨ, ਥਾਇਮਿਨ ਐਂਡ ਸਾਈਟੋਸਿਨ। ਸੋ ਯੂਰਾਸਿਲ ਇਜ਼ ਐਬਸੈਂਟ ਬਿਕੋਜ਼ ਵੀ ਆਰ ਟਾਕਿੰਗ ਅਬਾਊਟ DNA। ਸੋ ਯੂਰਾਸਿਲ ਕੀ ਹੈ, ਐਬਸੈਂਟ ਹੈ। ਦੈਨ ਆਪਣੇ ਕੋਲੇ ਬੇਟਾ ਕਿਵੇਂ ਇਹ ਕੰਬਾਈਨ ਕਰਦੇ ਹੈ, ਐਡੀਨਿਨ ਪੇਅਰਸ ਵਿਦ ਥਾਇਮਿਨ ਬਾਈ 2 ਹਾਈਡਰੋਜਨ ਬੌਂਡਸ, ਗੁਆਨਿਨ ਪੇਅਰਸ ਵਿਦ ਸਾਈਟੋਸਿਨ ਬਾਈ 3 ਹਾਈਡਰੋਜਨ ਬੌਂਡਸ। ਦੇਖੋ ਇੱਥੇ ਡਬਲ ਹਾਈਡਰੋਜਨ ਬੌਂਡ ਬਣਾਇਆ ਹੋਇਆ, ਇੱਥੇ ਕੀ ਹੈ, ट्रिपल हाइड्रोजन बॉन्ड बनाया हुआ। यही गल इत्थे एक्सप्लेन की, डबल एंड ट्रिपल। आपां के पुराइन प्रीमिडीन नाल कंबाइन करदा है, बट इसदा मतलब ये नहीं कि एडीनिन गुआनिन नाल, एडीनिन जिहड़ा हैगा बेटा वो साइटोसिन नाल कंबाइन कर जे। एडीनिन थायमिन नाल ही करूगा ते साइटोसिन गुआनिन नाल ही कंबाइन करूगा। सो ये जिहड़ा फॉस्फेट ग्रुप हैगा, इट लिंक्स टू 3 कार्बन ऑफ 1 शुगर ते 5 कार्बन जिहड़ा हैगा बेटा वो उस दे नाल कंबाइन करदा है 5 एंड ते। सो ये ਜਿਹਦੇ ਨਾਲ ਇਹਦੀਆਂ ਡਾਇਰੈਕਸ਼ਨਲ ਪ੍ਰੋਪਰਟੀਜ਼ ਆ ਜਾਂਦੀਆਂ, ਮੈਂ ਆਲਰੇਡੀ ਐਕਸਪਲੇਨ ਕਰ ਚੁੱਕਿਆ 5 to 3, 3 to 5 ਜਿਹੜੀਆਂ ਡਾਇਰੈਕਸ਼ਨਲ ਪ੍ਰੋਪਰਟੀਜ਼ ਇਸ ਦੀਆਂ ਆ ਜਾਂਦੀਆਂ ਨੇ। ਦੈਨ ਫਾਰਮੇਸ਼ਨ ਆਫ ਫਾਸਫੋਡਾਈਐਸਟਰ ਬੌਂਡ, ਇਟ ਹੈਜ਼ ਆਲਸੋ ਬੀਨ ਆਲਰੇਡੀ ਐਕਸਪਲੇਨ ਕਿ ਕਿਵੇਂ ਡਾਈਐਸਟਰ ਬੌਂਡ ਜਿਹੜਾ ਹੈਗਾ ਇਸ ਦੇ ਵਿੱਚ ਬਣਦਾ ਹੈ। ਸੋ ਦਿਸ ਇਜ਼ ਦਾ ਬੌਂਡ ਬਿਟਵੀਨ ਫਾਸਫੇਟ ਐਂਡ ਹਾਈਡਰੋਕਸਿਲ ਗਰੁੱਪ ਆਫ ਸ਼ੂਗਰ। ਕਿੰਨੇ ਨੰਬਰ ਕਾਰਬਨ ਦੀ, 3 ਨੰਬਰ ਕਾਰਬਨ ਸ਼ੂਗਰ ਦੀ। ਸੋ as there is one such ester bond on either side, so this is called phosphodiester bond। दोनों पासे एक एक ਇਹੋ ਜਿਹਾ ਬੌਂਡ ਬਣ ਗਿਆ, ਸੋ ਇਸ ਨੂੰ ਅਸੀਂ phosphodiester bond ਬੋਲਦੇ ਹਾਂ। then there is another bond, ਇੱਕ ਹੋਰ ਬੌਂਡ ਹੈ, that is N-glycosidic bond। ਇਹ ਨਿਊਕਲੀਓਟਾਈਡਸ ਦੇ ਵਿੱਚ ਹੀ ਆ ਗਿਆ ਸੀ ਕਿ ਇਹ ਜਿਵੇਂ ਸ਼ੂਗਰ ਹੈ, ਇਹ ਨਾਈਟ੍ਰੋਜਨ ਬੇਸ ਹੈ, ਸ਼ੂਗਰ ਤੇ ਨਾਈਟ੍ਰੋਜਨ ਬੇਸ ਦੇ ਵਿਚਕਾਰ ਦਾ ਜਿਹੜਾ ਬੌਂਡ ਹੈ, this is N-glycosidic bond। ਸੋ ਦੈਨ ਆਪਣੇ ਕੋਲ ਜਿਹੜਾ ਹੈਗਾ ਬੇਟਾ DNA ਦੇ ਸਟਰਕਚਰ ਨੂੰ ਥੋੜ੍ਹਾ ਜਿਹਾ ਹੋਰ ਐਕਸਪਲੇਨ ਕੀਤਾ ਹੋਇਆ। ਉਹ ਕੀ ਐਕਸਪਲੇਨ ਕੀਤਾ ਹੋਇਆ ਕਿ ਜਿਵੇਂ ਆਹ ਕੋਇਲ ਆ ਗਈ ਜੀ, ਇੱਕ ਕੋਇਲ ਆ ਗਈ, ਕੰਪਲੀਟ ਟਰਨ ਆ ਗਈ। ਇਹ ਕੰਪਲੀਟ ਟਰਨ 34 ਐਂਗਸਟ੍ਰੋਮ ਦੀ ਹੁੰਦੀ ਹੈ ਅਤੇ ਇਹਦੇ ਵਿੱਚ ਕਿੰਨੇ ਨਾਈਟ੍ਰੋਜਨ ਬੇਸਿਸ ਹੁੰਦੇ ਨੇ, 10 ਨਾਈਟ੍ਰੋਜਨ ਬੇਸਿਸ ਜਿਹੜੇ ਹੈਗੇ ਹੁੰਦੇ ਹੈ। ਸੋ ਹਰ ਇੱਕ ਐਂਗਲ ਦੇ ਉੱਤੇ ਇਹ ਕਿੰਨਾ ਘੁੰਮਦਾ, 360 ਤੇ ਇੱਕ, ਜੇ ਦੇਖੋ 10 ਸਟੈਪ ਹੋ ਗਏ, ਇਹ ਟੋਟਲ 360 ਟਰਨ ਹੋ ਗਈ। ਇਹਦਾ ਮਤਲਬ ਇੱਕ ਸਟੈਪ ਤੇ ਕਿੰਨੇ ਡਿਗਰੀ ਦੀ ਰੋਟੇਸ਼ਨ ਹੋਈ, 36 ਡਿਗਰੀ ਰੋਟੇਸ਼ਨ ਹੋਈ। ਕਈ ਵਾਰ ਪੁੱਛ ਲੈਂਦਾ, MCQ ਦੇ ਵਿੱਚ ਪੁੱਛਿਆ ਜਾ ਸਕਦਾ ਹੈ। ਸੋ ਇਹ ਸੀ ਬੇਟਾ ਅੱਜ ਦਾ ਜਿਹੜਾ ਸਾਡਾ ਟੌਪਿਕ ਸੀ, ਦੈਟ ਇਜ਼ ਦਾ ਸਟਰਕਚਰ ਆਫ DNA। ਹੁਣ ਜੇ ਕਹੋ ਕਿ ਸਰ ਤੁਸੀਂ ਤਾਂ ਜੀ DNA ਦਾ ਸਟਰਕਚਰ ਕਰਵਾਤਾ, RNA ਦੀ ਤਾਂ ਗੱਲ ਹੀ ਨਹੀਂ ਕੀਤੀ। RNA ਦੀ ਗੱਲ ਤਾਂ ਆਪਣੇ ਆਪ ਹੀ ਵਿੱਚੇ ਹੋ ਗਈ। RNA 'ਚ ਤਾਂ ਰਹੀ ਕੁਛ ਨਹੀਂ। RNA ਕੀ ਹੈ, ਸਿੰਗਲ ਸਟੈਂਡਰਡ ਹੈ। ਡਾਇਰੈਕਸ਼ਨਲ ਪ੍ਰੋਪਰਟੀ ਹੋਊਗੀ, ਬਿਲਕੁਲ ਹੋਊਗੀ, 5 ਹੋਊਗਾ, 3 ਹੋਊਗਾ। ਸ਼ੂਗਰ ਫਾਸਫੇਟ ਬੈਕਬੋਨ ਹੋਊਗੀ ਸ਼ੂਗਰ ਫਾਸਫੇਟ ਬੈਕਬੋਨ। ਸ਼ੂਗਰ ਨਾਲ ਕੀ ਲੱਗਿਆ ਹੋਊ, ਐਡੀਨਿਨ ਲੱਗਿਆ ਹੋਊ, ਯੂਰਾਸਿਲ ਲੱਗਿਆ ਹੋਊ, ਫਾਸਫੇਟ ਨਾਲ ਨਹੀਂ। 5 3 ਇੱਥੇ ਕੀ ਲੱਗਿਆ, ਐਡੀਨਿਨ ਲੱਗਿਆ ਹੋਊ, ਗੁਆਨਿਨ ਲੱਗਿਆ ਹੋਊ, ਸਾਈਟੋਸਿਨ ਲੱਗਿਆ ਹੋਊ, ਯੂਰਾਸਿਲ ਲੱਗਿਆ ਹੋਊ, ਐਡੀਨਿਨ ਲੱਗਿਆ ਹੋਊ। ਬਸ ਆਹ RNA ਹੈ। ਡਬਲ ਸਟੈਂਡਰਡ ਨਹੀਂ ਹੈਗਾ, ਸਿੰਗਲ ਸਟੈਂਡਰਡ ਕੀ ਹੈ, RNA। ਦੈਨ RNA ਦੀਆਂ ਅਲੱਗ-ਅਲੱਗ ਟਾਈਪਸ ਨੇ ਬੇਟਾ। ਉਹ RNA ਦੀਆਂ ਟਾਈਪਸ ਜਿਹੜੀਆਂ ਹੈਗੀਆਂ ਕਿਹੜੀਆਂ ਨੇ, tRNA, rRNA ਅਤੇ mRNA। ਉਹ ਤੁਹਾਡਾ ਜਿਹੜਾ ਕਮਿੰਗ ਪੋਰਸ਼ਨ ਦੇ ਵਿੱਚ ਆਪਣੇ ਆਪ ਹੀ +2 ਦੇ ਵਿੱਚ ਤੁਸੀਂ ਆ ਕੇ ਕਲੀਅਰ ਕਰ ਲਓਗੇ। ਸੋ ਅੱਜ ਜਿਹੜਾ ਹੈਗਾ ਬੇਟਾ ਮੈਂ ਤੁਹਾਨੂੰ ਕਰਵਾਇਆ, ਦੈਟ ਇਜ਼ ਦਾ ਸਟਰਕਚਰ ਆਫ DNA ਐਂਡ ਸਟਰਕਚਰ ਆਫ RNA। ਮੇਨਲੀ ਆਪਾਂ ਬੇਟਾ ਨਿਊਕਲਿਕ ਐਸਿਡ ਮੋਲੀਕਿਊਲ ਦੀ ਗੱਲ ਕੀਤੀ ਹੈ। ਸੋ ਮੈਂ ਉਮੀਦ ਕਰਦਾ ਕਿ ਬਾਇਓ ਮੋਲੀਕਿਊਲਸ ਚੈਪਟਰ ਦੇ ਵਿੱਚ ਜੋ ਸਾਡਾ ਅੱਜ ਦਾ ਟੌਪਿਕ ਨਿਊਕਲਿਕ ਐਸਿਡ ਸੀ, ਤੁਹਾਨੂੰ ਵਧੀਆ ਤਰੀਕੇ ਨਾਲ ਸਮਝ ਲੱਗਿਆ ਹੋਊ। ਅੱਜ ਦੇ ਲਈ ਇੰਨੀ ਬਹੁਤ ਹੈ ਬੇਟਾ। ਥੈਂਕ ਯੂ ਬੇਟਾ, ਥੈਂਕ ਯੂ ਵੈਰੀ ਮੱਚ।